Hello everyone. Today I'll start with my next topic, accounting basis. ਅਕਾਊਂਟਿੰਗ ਦੇ ਮੀਨਿੰਗ ਵਿੱਚ ਜਿਵੇਂ ਆਪਾਂ ਪੜ੍ਹਿਆ ਸੀ, ਅਕਾਊਂਟਿੰਗ ਇੱਕ ਆਰਟ ਹੈ ਜਿਹਦੇ ਨਾਲ ਤੁਸੀਂ ਚੀਜ਼ਾਂ ਨੂੰ ਰਿਕਾਰਡ ਕਰ ਸਕਦੇ ਹੋ, ਫਿਰ ਉਹਨੂੰ ਕਲਾਸੀਫਾਈ ਕਰ ਸਕਦੇ ਹੋ, ਮਤਲਬ ਅਲੱਗ-ਅਲੱਗ ਜਗ੍ਹਾ 'ਤੇ ਵੰਡ ਸਕਦੇ ਹੋ, ਫਿਰ ਉਹਦੀ ਇੱਕ ਸਮਰੀ ਬਣਾ ਸਕਦੇ ਹੋ, ਮਤਲਬ ਸਮਰਾਈਜ਼ ਕਰ ਸਕਦੇ ਹੋ, ਉਹਦੀ ਵੈਲਿਊ ਦੇਖ ਸਕਦੇ ਹੋ ਵੀ ਤੁਹਾਨੂੰ ਪ੍ਰੋਫਿਟ ਹੋ ਰਿਹਾ ਜਾਂ ਲੋਸ ਹੋ ਰਿਹਾ। ਬੇਸਿਕਲੀ ਅਕਾਊਂਟ ਤੁਹਾਡੇ ਫਾਈਨੈਂਸ਼ੀਅਲ ਟਰਮਸ ਹੈ ਜੋ ਤੁਹਾਡੀਆਂ ਮਨੀ ਨਾਲ ਰਿਲੇਟਡ ਚੀਜ਼ਾਂ ਉਹਨਾਂ ਨਾਲ ਡੀਲ ਕਰਦਾ ਅਤੇ ਉਹ ਵਾਲੀਆਂ ਚੀਜ਼ਾਂ ਨੂੰ ਇੱਕ ਪਰਟੀਕੂਲਰ ਵੇ ਦੇ ਵਿੱਚ ਉਹਨਾਂ ਨੂੰ ਰਿਕਾਰਡ ਕੀਤਾ ਜਾਂਦਾ ਅਤੇ ਫਿਰ ਉਹਨਾਂ ਦਾ ਰਿਜ਼ਲਟ ਦੇਖਿਆ ਜਾਂਦਾ ਵੀ ਤੁਹਾਨੂੰ ਪ੍ਰੋਫਿਟ ਹੋ ਰਿਹਾ ਬਿਜ਼ਨਸ 'ਚ ਕਿ ਲੋਸ ਹੋ ਰਿਹਾ। ਹੁਣ ਨੈਕਸਟ ਆਪਾਂ ਪੜ੍ਹਾਂਗੇ objectives of accounting means ਮਤਲਬ ਅਕਾਊਂਟਿੰਗ ਨੂੰ ਆਪਾਂ ਕਿਹੜੇ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਅਕਾਊਂਟਿੰਗ ਕਰਦੇ ਹਾਂ ਜਾਂ ਕੀ ਉਹਦਾ ਏਮ ਹੈ। ਮਤਲਬ ਜਦੋਂ ਤੁਸੀਂ ਅਕਾਊਂਟਸ ਪ੍ਰੀਪੇਅਰ ਕਰਦੇ ਹੋ ਤਾਂ ਤੁਹਾਡਾ ਕੀ ਏਮ ਹੁੰਦਾ, ਮਤਲਬ ਕਿਹਦੇ ਲਈ ਤੁਸੀਂ ਅਕਾਊਂਟ ਪ੍ਰੀਪੇਅਰ ਕਰਦੇ ਹੋ। ਫਸਟ ਪੁਆਇੰਟ ਇਜ਼ ਟੂ ਕੀਪ ਦਾ ਸਿਸਟਮੈਟਿਕ ਰਿਕਾਰਡ। ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਅਕਾਊਂਟ ਦੇ ਵਿੱਚ ਜੋ ਵੀ ਚੀਜ਼ਾਂ ਉਹ ਇੱਕ ਸਿਸਟਮ ਦੇ ਥਰੂ ਰਿਕਾਰਡ ਕੀਤੀਆਂ ਜਾਂਦੀਆਂ, ਲਾਈਕ ਜਿਵੇਂ ਆਪਾਂ ਡੇਟ ਵਾਈਜ਼ ਚੀਜ਼ਾਂ ਰਿਕਾਰਡ ਕਰਦੇ ਹਾਂ, ਤਾਂ ਕਰਕੇ ਇੱਕ ਸਿਸਟਮੈਟਿਕ ਰਿਕਾਰਡ ਰੱਖਣ ਦੇ ਲਈ ਅਕਾਊਂਟਿੰਗ ਯੂਜ਼ ਕੀਤੀ ਜਾਂਦੀ ਹੈ ਤਾਂ ਕਿ ਜੋ ਤੁਹਾਡੇ ਬਿਜ਼ਨਸ ਦੀਆਂ ਟ੍ਰਾਂਜੈਕਸ਼ਨਸ ਹੈ ਉਹਨਾਂ ਨੂੰ ਤੁਸੀਂ ਇੱਕ ਯਾਦ ਤਾਂ ਰੱਖ ਨਹੀਂ ਸਕਦੇ, ਕਿਉਂਕਿ ਹੁਣ ਡੇਲੀ ਬੇਸਿਸ 'ਤੇ ਦੇਖੋ ਤੁਹਾਡੇ ਬਿਜ਼ਨਸ ਸਪੋਜ਼ ਕਰੋ 20 ਟ੍ਰਾਂਜੈਕਸ਼ਨਸ ਹੁੰਦੀਆਂ ਤਾਂ ਤੁਸੀਂ ਉਹਨੂੰ ਨਹੀਂ ਯਾਦ ਰੱਖ ਸਕਦੇ, ਤਾਂ ਕਰਕੇ ਤੁਸੀਂ ਉਹਨੂੰ ਇੱਕ ਬੁੱਕਸ ਦੇ ਵਿੱਚ ਰਿਕਾਰਡ ਕਰ ਦਿੰਦੇ ਹੋ ਤਾਂ ਕਿ ਇੱਕ ਉਹਦਾ ਸਿਸਟਮੈਟਿਕ ਰਿਕਾਰਡ ਰਹਿ ਸਕੇ, ਕਿਉਂਕਿ ਆਪਣੀ ਹਿਊਮਨ ਮੈਮਰੀ ਇੰਨੀ ਨਹੀਂ ਹੁੰਦੀ ਵੀ ਤੁਸੀਂ ਹਰ ਇੱਕ ਚੀਜ਼ ਨੂੰ ਯਾਦ ਰੱਖ ਸਕੋ। ਤਾਂ ਟੂ ਕੀਪ ਅ ਸਿਸਟਮੈਟਿਕ ਰਿਕਾਰਡ ਜਿਹੜੀ ਅਕਾਊਂਟਿੰਗ ਤੁਹਾਨੂੰ ਹੈਲਪ ਕਰਦੀ ਹੈ ਵੀ ਤੁਸੀਂ ਆਪਦੇ ਰਿਕਾਰਡਸ ਨੂੰ ਇੱਕ ਸਿਸਟਮੈਟਿਕ ਵੇ ਦੇ ਵਿੱਚ ਰੱਖ ਸਕਦੇ ਹੋ। ਸੈਕਿੰਡ ਪੁਆਇੰਟ ਟੂ ਪ੍ਰੋਟੈਕਟ ਦਾ ਬਿਜ਼ਨਸ ਪ੍ਰੋਪਰਟੀਜ਼। ਬਿਜ਼ਨਸ ਪ੍ਰੋਪਰਟੀਜ਼ ਮੀਨਸ ਐਸੈਟਸ। ਜਿਵੇਂ ਬਿਜ਼ਨਸ ਦੇ ਜੋ ਵੀ ਐਸੈਟਸ ਹੈ ਜਿਹੜਾ ਅਕਾਊਂਟਿੰਗ ਹੈ ਉਹ ਉਹਨਾਂ ਨੂੰ ਹੈਲਪ ਕਰਦੀ ਹੈ, ਉਹਨਾਂ ਨੂੰ ਬਚਾਉਂਦੀ ਹੈ। ਜਿਵੇਂ ਸਪੋਜ਼ ਕਰੋ ਆਪਾਂ ਕੁਛ ਪੈਸੇ ਕਿਸ ਤੋਂ ਲੈਣੇ ਆ ਜਾਂ ਕਿਸੇ ਨੂੰ ਕੁਝ ਪੈਸੇ ਦੇਣੇ ਆ, ਜਾਂ ਆਪਣੇ ਬਿਜ਼ਨਸ 'ਚ ਕਿੰਨੀਆਂ ਐਸੈਟਸ ਹੈ, ਮਤਲਬ ਕਿੰਨੀ ਤੁਹਾਡੀ ਬਿਜ਼ਨਸ ਦੀ ਪ੍ਰੋਪਰਟੀ ਹੈ, ਕਿੰਨੀਆਂ ਤੁਹਾਡੀਆਂ ਜ਼ਿੰਮੇਵਾਰੀਆਂ, ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰੂਗੀ। ਅਤੇ ਅਕਾਊਂਟਿੰਗ ਤੁਹਾਨੂੰ ਹੈਲਪ ਕਰਦੀ ਹੈ ਵੀ ਤੁਸੀਂ ਆਪਣੀ ਬਿਜ਼ਨਸ ਦੀਆਂ ਜੋ ਵੀ ਤੁਹਾਡੀਆਂ ਫਿਕਸਡ ਐਸੈਟਸ ਹੈ, ਜਿਵੇਂ ਆਪਾਂ ਪੜ੍ਹਿਆ ਸੀ ਵੀ ਲੈਂਡ ਹੋ ਗਈ, ਮਸ਼ੀਨਰੀ ਹੋ ਗਈ, ਉੱਤੇ ਜਾਵਾਂ ਜਿਵੇਂ ਕੋਈ ਫਰਨੀਚਰ ਹੋ ਗਿਆ, ਉਹ ਸਾਰੀਆਂ ਚੀਜ਼ਾਂ ਦਾ ਰਿਕਾਰਡ ਰੱਖਦੀ ਹੈ। ਜਿਵੇਂ ਉਹਨਾਂ 'ਤੇ ਕੋਈ ਡੈਪਰੀਸੀਏਸ਼ਨ ਲੱਗਦੀ ਹੈ, ਜਿਵੇਂ ਕਿ ਕੋਈ ਮਸ਼ੀਨ ਤੁਸੀਂ ਯੂਜ਼ ਕਰੀ ਜਾ ਰਹੇ ਹੋ ਤਾਂ ਜਦੋਂ ਪਹਿਲਾਂ ਤੁਸੀਂ ਉਹ ਮਸ਼ੀਨ ਨੂੰ ਖਰੀਦਿਆ ਸੀ ਤਾਂ ਉਦੋਂ 1 ਲੱਖ ਦੀ ਸੀਗੀ, ਪਰ ਜੇ ਤੁਸੀਂ ਉਹਨੂੰ ਸੇਲ ਕਰੋਗੇ ਸਪੋਜ਼ ਕਰੋ 70,000 ਦੀ ਰਹਿ ਗਈ, ਮਤਲਬ 30,000 ਦੀ ਉਹਦੀ ਵੈਲਿਊ ਜੋ ਡਿਕਰੀਜ਼ ਹੋ ਗਈ, ਉਹਦੀ ਉਹ ਡੈਪਰੀਸੀਏਸ਼ਨ ਹੋ ਗਈ। ਤਾਂ ਅਕਾਊਂਟਿੰਗ ਆਪਾਂ ਨੂੰ ਪ੍ਰੋਪਰ ਦੱਸਦੀ ਹੈ ਵੀ ਜਦੋਂ ਤੁਸੀਂ ਚੀਜ਼ ਖਰੀਦੀ ਉਦੋਂ ਇੰਨੇ ਦੀ ਸੀ, ਫਿਰ ਉਹਦੇ 'ਚ ਡੈਪਰੀਸੀਏਸ਼ਨ ਹੋਈ, ਕਿਵੇਂ ਉਹਨੂੰ ਰਿਕਾਰਡ ਕੀਤਾ, ਕਿਵੇਂ ਆਪਾਂ ਮਤਲਬ ਉਹਦੀ ਬਿਜ਼ਨਸ ਦੀ ਜੋ ਪ੍ਰੋਪਰਟੀ ਹੈ, ਜੋ ਆਪਣੀਆਂ ਫਿਕਸਡ ਐਸੈਟਸ ਹੈਗੀਆਂ ਬਿਜ਼ਨਸ ਦੀਆਂ, ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ। ਠੀਕ ਹੈ। ਨੈਕਸਟ ਪੁਆਇੰਟ ਟੂ ਅਸਰਟੇਨ ਦਾ ਪ੍ਰੋਫਿਟ ਐਂਡ ਲੋਸ। ਇਹ ਆਪਾਂ ਨੂੰ ਪਤਾ ਜੋ ਵੀ ਤੁਸੀਂ ਬਿਜ਼ਨਸ ਦੀਆਂ ਟ੍ਰਾਂਜੈਕਸ਼ਨ ਉਹ ਤੁਸੀਂ ਰਿਕਾਰਡ ਹੀ ਕਿਉਂ ਕਰਦੇ ਹੋ, ਤਾਂ ਕਿ ਤੁਸੀਂ ਪ੍ਰੋਫਿਟ ਲੋਸ ਦਾ ਪਤਾ ਕਰ ਸਕੋ ਵੀ ਜਿਵੇਂ ਆਪਾਂ ਹਰ ਡੇਲੀ ਬੇਸਿਸ ਦੀਆਂ ਮੈਂ ਟ੍ਰਾਂਜੈਕਸ਼ਨ ਰਿਕਾਰਡ ਕਰੀ ਜਾ ਰਹੀ ਹਾਂ, ਬਾਅਦ 'ਚ ਮੈਂ ਉਹਦਾ ਰਿਜ਼ਲਟ ਚੈੱਕ ਕਰੂੰਗੀ, ਮਤਲਬ ਕਿ ਪ੍ਰੋਫਿਟ ਹੋ ਰਿਹਾ ਜਾਂ ਲੋਸ ਹੋ ਰਿਹਾ, ਜਾਂ ਸਾਲ ਦੇ ਐਂਡ 'ਤੇ ਜਿਵੇਂ ਆਪਣਾ ਕੋਈ ਈਅਰ ਚੱਲ ਰਿਹਾ ਸਪੋਜ਼ 1 ਅਪ੍ਰੈਲ ਟੂ 31 ਮਾਰਚ 'ਤੇ ਹੈ, ਅਤੇ ਜਦੋਂ ਸਾਲ ਦਾ ਐਂਡ ਹੋਊਗਾ ਉਦੋਂ ਮੈਂ ਦੇਖੂੰਗੀ ਵੀ ਇਹ ਸਾਲ ਦੇ ਵਿੱਚ ਮੇਰੀ ਇੰਨਾ ਪੈਸਾ ਆਇਆ, ਇੰਨਾ ਪੈਸਾ ਗਿਆ, ਮੈਨੂੰ ਇੰਨਾ ਪ੍ਰੋਫਿਟ ਹੋਇਆ, ਇੰਨਾ ਲੋਸ ਹੋਇਆ, ਉਹਦੇ 'ਚ ਹੈਲਪ ਕਰਦੀ ਹੈ। ਉਹਦੇ ਵਾਸਤੇ ਵੀ ਤੁਸੀਂ ਇੱਕ ਪਰਟੀਕੂਲਰ ਟਾਈਪ ਆਫ ਅਕਾਊਂਟਸ ਪ੍ਰੀਪੇਅਰ ਕਰੋਗੇ। ਆਉਣ ਵਾਲੇ ਚੈਪਟਰ 'ਚ ਤੁਸੀਂ ਦੇਖੋਗੇ ਵੀ ਪ੍ਰੋਫਿਟ ਐਂਡ ਲੋਸ ਅਕਾਊਂਟ ਬਣਦਾ ਤਾਂ ਉਹ ਕਿਵੇਂ ਆਪਾਂ ਪ੍ਰੋਫਿਟ ਲੋਸ ਕੱਢ ਸਕਦੇ ਹਾਂ। ਫੋਰਥ ਪੁਆਇੰਟ ਇਜ਼ ਟੂ ਅਸਰਟੇਨ ਦਾ ਫਾਈਨੈਂਸ਼ੀਅਲ ਪੋਜੀਸ਼ਨ। ਫਾਈਨੈਂਸ਼ੀਅਲ ਪੋਜੀਸ਼ਨ ਹੁੰਦੀ ਹੈ ਵੀ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਕਿੰਨੀ ਹੈ, ਮਤਲਬ ਤੁਹਾਡੇ ਬਿਜ਼ਨਸ ਦੀ ਸਟਰੈਂਥ ਔਰ ਵੀਕ ਪੁਆਇੰਟ ਕੀ ਹੈ, ਜਿਵੇਂ ਫਾਈਨੈਂਸ਼ੀਅਲੀ ਤੁਸੀਂ ਕਿੱਥੇ ਅਪਲਾਈ ਕਰਦੇ ਹੋ। ਇਹਦੇ ਲਈ ਤੁਸੀਂ ਬੈਲੈਂਸ ਸ਼ੀਟ ਪ੍ਰੀਪੇਅਰ ਕਰੋਗੇ। ਬੈਲੈਂਸ ਸ਼ੀਟ ਹੁੰਦਾ ਜਿਹ 'ਚ ਤੁਸੀਂ ਆਪਦੇ ਸਾਰੇ ਬਿਜ਼ਨਸ ਦੀਆਂ ਐਸੈਟਸ, ਲਾਇਬਿਲਿਟੀਜ਼ ਔਰ ਕੈਪੀਟਲ ਦਾ ਦੇਖੋਗੇ, ਮਤਲਬ ਕਿ ਐਸੈਟ ਕਿੰਨੀਆਂ, ਲਾਇਬਿਲਿਟੀਜ਼ ਕਿੰਨੀਆਂ ਔਰ ਕੈਪੀਟਲ ਕਿੰਨੀਆਂ, ਉਹਦੇ ਬੇਸ 'ਤੇ ਆਪਾਂ ਦੇਖਾਂਗੇ ਵੀ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ। ਮਤਲਬ ਕਿ ਤੁਹਾਡੀਆਂ ਐਸੈਟਸ ਪਤਾ ਹੀ ਆਪਾਂ ਨੂੰ ਵੀ ਜ਼ਿਆਦਾ ਹੋਣੀਆਂ ਚਾਹੀਦੀਆਂ ਆਪਣੀ ਲਾਇਬਿਲਿਟੀ ਤੋਂ, ਪਰ ਜੇ ਤੁਹਾਡੀ ਐਸੈਟਸ ਔਰ ਲਾਇਬਿਲਿਟੀ ਇਕੁਅਲ ਹੈ ਫਿਰ ਵੀ ਤੁਹਾਡੇ ਬਿਜ਼ਨਸ ਦੀ ਜਿਹੜੀ ਪੋਜੀਸ਼ਨ ਉਹ ਸਟੇਬਲ ਹੈ। ਤਾਂ ਕਰਕੇ ਆਪਾਂ ਨੂੰ ਜੋ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਹੈ, ਮਤਲਬ ਫਾਈਨੈਂਸ਼ੀਅਲੀ ਆਪਣਾ ਬਿਜ਼ਨਸ ਕਿੱਥੇ ਲਾਈ ਕਰਦਾ ਹੈ, ਮਤਲਬ ਆਪਾਂ ਸਟਰੋਂਗ ਪੁਆਇੰਟ 'ਤੇ ਹਾਂ, ਵੀਕ ਪੁਆਇੰਟ 'ਤੇ ਹਾਂ, ਜਾਂ ਰਿਕਵਰ ਹੋਣਾ ਚਾਹੀਦਾ, ਤਾਂ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗਣਗੀਆਂ। ਲਾਸਟ ਰੈਸ਼ਨਲ ਡਿਸੀਜ਼ਨ ਮੇਕਿੰਗ। ਜਿਵੇਂ ਹੁਣ ਅਕਾਊਂਟਿੰਗ ਹੈ ਅਤੇ ਉਹ 'ਚ ਤੁਸੀਂ ਹਰ ਇੱਕ ਚੀਜ਼ ਪ੍ਰੋਪਰਲੀ ਰਿਕਾਰਡ ਕੀਤੀ ਹੋਊਗੀ, ਉਹਦੇ ਨਾਲ ਤੁਸੀਂ ਡਿਸੀਜ਼ਨਸ ਪ੍ਰੋਪਰ ਲੈ ਸਕਦੇ ਹੋ। ਜਿਵੇਂ ਡਿਸੀਜ਼ਨ ਹੋ ਗਿਆ, ਸਪੋਜ਼ ਕਰੋ ਮੈਂ ਕੋਈ ਨਵਾਂ ਪ੍ਰੋਡਕਟ ਐਡ ਕਰਨਾ ਚਾਹੁੰਦੀ ਹਾਂ ਆਪਣੇ ਬਿਜ਼ਨਸ 'ਚ, ਤਾਂ ਮੈਂ ਦੇਖੂੰਗੀ ਵੀ ਜੋ ਮੇਰੇ ਪੁਰਾਣੇ ਪ੍ਰੋਡਕਟ ਚੱਲ ਰਹੇ ਆ, ਜੇ ਤਾਂ ਮੈਨੂੰ ਉਹਨਾਂ ਤੋਂ ਪ੍ਰੋਫਿਟ ਹੋ ਰਿਹਾ ਜਾਂ ਉਹ ਪ੍ਰੋਡਕਟ ਮੇਰੇ ਬਹੁਤ ਵਧੀਆ ਸੀਗੇ ਪਹਿਲਾਂ, ਮਤਲਬ ਵਧੀਆ ਰੈਪੂਟੇਸ਼ਨ ਬਣੀ ਹੋਈ ਹੈ, ਤਾਂ ਨੈਕਸਟ ਤਾਂ ਮੈਂ ਨਿਊ ਪ੍ਰੋਡਕਟ ਨੂੰ ਐਡ ਕਰਾਂ, ਅਦਰਵਾਈਜ਼ ਨਾ ਐਡ ਕਰਾਂ। ਠੀਕ ਹੈ। ਹੋਰ ਡਿਸੀਜ਼ਨ ਹੋ ਸਕਦੇ ਜਿਵੇਂ ਸਪੋਜ਼ ਕਰੋ ਤੁਸੀਂ ਦੇਖੋਗੇ ਨਵੀਂ ਮਸ਼ੀਨ ਤੁਸੀਂ ਖਰੀਦਣਾ ਚਾਹੁੰਦੇ ਹੋ ਆਪਣੇ ਬਿਜ਼ਨਸ 'ਚ, ਨਿਊ ਟੈਕਨੋਲੋਜੀ ਜੋ ਲੇਟੈਸਟ ਆ ਰਹੀ ਹੈ ਉਹ ਵਾਲੀ, ਤਾਂ ਉਹਦੇ ਲਈ ਤੁਹਾਨੂੰ ਡਿਸੀਜ਼ਨ ਲੈਣਾ ਪਊਗਾ ਵੀ ਸਾਨੂੰ ਉਹ ਮਸ਼ੀਨਸ ਖਰੀਦਣ ਦੀ ਲੋੜ ਹੈ ਜਾਂ ਨਹੀਂ ਹੈ, ਜਾਂ ਉਹਦੇ 'ਤੇ ਸਾਡਾ ਕਿੰਨਾ ਖਰਚਾ ਹੋਊਗਾ, ਕਿੰਨੀ ਕੋਸਟ ਪਊਗੀ। ਰੈਸ਼ਨਲ ਮਤਲਬ ਆਪਾਂ ਜਦੋਂ ਆਪਦੀ ਮਰਜ਼ੀ ਨਾਲ ਕੋਈ ਵੀ ਤੁਸੀਂ ਡਿਸੀਜ਼ਨ ਕਰ ਲੈਂਦੇ ਹੋ, ਕੋਈ ਵੀ ਫੈਸਲੇ ਲੈਂਦੇ ਹੋ ਆਪਦੀ ਮਰਜ਼ੀ ਨਾਲ, ਉਹਨੂੰ ਕਹਿੰਦੇ ਰੈਸ਼ਨਲ ਡਿਸੀਜ਼ਨ ਮੇਕਿੰਗ। ਠੀਕ ਹੈ। ਇਹ ਸਾਰੇ ਤੁਹਾਡੇ ਆਬਜੈਕਟ ਸੀਗੇ ਅਕਾਊਂਟਿੰਗ ਦੇ।
ਨੈਕਸਟ ਇਜ਼ ਐਡਵਾਂਟੇजेस ਆਫ ਅਕਾਊਂਟਿੰਗ, ਮਤਲਬ ਅਕਾਊਂਟਿੰਗ ਦੇ ਕੀ ਫਾਇਦੇ ਆ, ਕੀ ਮੈਰਿਟਸ ਆ, ਮਤਲਬ ਜੇ ਤੁਸੀਂ ਅਕਾਊਂਟਿੰਗ ਕਰਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਕੀ ਫਾਇਦਾ ਹੋ ਰਿਹਾ, ਕੀ ਲਾਭ ਹੋ ਰਿਹਾ। ਫਸਟ ਰਿਕਾਰਡਿੰਗ, ਇਹ ਆਪਾਂ ਪੜ੍ਹ ਚੁੱਕੇ ਹਾਂ ਵੀ ਅਕਾਊਂਟਿੰਗ ਕੀ ਹੈ, ਵੀ ਵੈਸੇ ਤਾਂ ਤੁਸੀਂ ਸਾਰੀਆਂ ਟ੍ਰਾਂਜੈਕਸ਼ਨ ਯਾਦ ਨਹੀਂ ਰੱਖ ਸਕੋਗੇ। ਜੇ ਇੱਕ ਦਿਨ ਦੀਆਂ ਤੁਸੀਂ 10 ਟ੍ਰਾਂਜੈਕਸ਼ਨ ਵੀ ਕਰਦੇ ਹੋ ਤਾਂ 3-4 ਦਿਨਾਂ ਬਾਅਦ ਤੁਸੀਂ ਉਹ ਵੀ ਭੁੱਲ ਜਾਓਗੇ ਵੀ ਅਸੀਂ ਕਿਸ ਨੂੰ ਕਿੰਨੀ ਚੀਜ਼ ਦਿੱਤੀ ਸੀ, ਜਾਂ ਕਿੰਨੇ ਪੈਸੇ ਅਸੀਂ ਲੈਣੇ ਸੀ, ਜਾਂ ਕਿੰਨੇ ਦਾ ਉਧਾਰ ਸੀ। ਤਾਂ ਉਹਦੇ ਲਈ ਤੁਸੀਂ ਇਹਨਾਂ ਨੂੰ ਰਿਕਾਰਡ ਕਰੋਗੇ, ਜਿਹਦੇ ਨਾਲ ਤੁਸੀਂ ਪ੍ਰੋਪਰਲੀ ਯੂਜ਼ ਕਰ ਸਕਦੇ ਹੋ ਫਿਊਚਰ 'ਚ। ਸੈਕਿੰਡ ਹੈ ਟੈਕਸ ਅਸੈਸਮੈਂਟ। ਟੈਕਸ ਅਸੈਸਮੈਂਟ ਜਿਵੇਂ ਆਪਾਂ ਗਵਰਨਮੈਂਟ ਨੂੰ ਟੈਕਸ ਪੇ ਕਰਨਾ ਹੁੰਦਾ, ਟੈਕਸ ਜਿਵੇਂ ਹੁਣ GST ਚੱਲ ਰਿਹਾ, ਤਾਂ GST ਦੇ ਵਿੱਚ ਵੀ ਤੁਹਾਨੂੰ ਪ੍ਰੋਪਰ ਜਿੰਨੀ ਤੁਸੀਂ ਸੇਲ ਪਰਚੇਸ ਕੀਤੀ ਹੈ ਉਹਦੇ 'ਤੇ ਜਿੰਨਾ ਟੈਕਸ ਪਊਗਾ ਉਹ ਵੀ ਤੁਸੀਂ ਪ੍ਰੋਪਰਲੀ ਦੇਖ ਸਕਦੇ ਹੋ, ਅਤੇ ਪ੍ਰੋਪਰਲੀ ਉਹਦਾ ਐਨਾਲਾਈਜ਼ ਕਰਕੇ ਫਿਰ ਤੁਸੀਂ ਉਹ ਗਵਰਨਮੈਂਟ ਨੂੰ ਪੇ ਕਰ ਸਕਦੇ ਹੋ। ਅਤੇ ਉਹ ਵੀ ਤੁਸੀਂ ਤਾਂ ਹੀ ਪਤਾ ਕਰ ਸਕੋਗੇ ਜੇ ਤੁਸੀਂ ਉਹ ਚੀਜ਼ ਨੂੰ ਪ੍ਰੋਪਰਲੀ ਰਿਕਾਰਡ ਕੀਤਾ ਹੋਊਗਾ, ਅਦਰਵਾਈਜ਼ ਤੁਹਾਨੂੰ ਯਾਦ ਹੀ ਨਹੀਂ ਹੋਊਗਾ। ਟੈਕਸ ਨੂੰ ਅਸੈਸਮੈਂਟ ਕਰ ਸਕਦੇ ਹਾਂ, ਠੀਕ ਹੈ। ਨੈਕਸਟ ਪੁਆਇੰਟ ਹੈ ਜਿਵੇਂ ਆਪਣੇ ਪ੍ਰੀਵੈਂਟ ਫਰੋਡਸ, ਜਿਵੇਂ ਕੋਈ ਫਰੋਡਸ ਹੁੰਦੇ ਆ, ਮਤਲਬ ਕੋਈ ਘਪਲਾ ਹੁੰਦਾ, ਜਿਵੇਂ ਤੁਸੀਂ ਕਿਸੇ ਨੂੰ ਕੋਈ ਚੀਜ਼ ਸੇਲ ਕਰ ਦਿੰਦੇ ਹੋ ਅਤੇ ਕੱਲ੍ਹ ਨੂੰ ਤੁਸੀਂ ਸੇਲ ਕੀਤੀ, ਸਪੋਜ਼ ਕਰੋ 20,000 ਦੀ ਕੋਈ ਚੀਜ਼ ਸੀ, ਜੇ ਤੁਸੀਂ ਉਹਨੂੰ ਰਿਕਾਰਡ ਹੀ ਨਹੀਂ ਕੀਤਾ ਤਾਂ ਇਨ ਫਿਊਚਰ ਉਹ ਪਰਸਨ ਮੁੱਕਰ ਵੀ ਸਕਦਾ ਵੀ ਮੈਂ ਤਾਂ ਇਹ ਤੋਂ ਕੋਈ ਚੀਜ਼ ਖਰੀਦੀ ਨਹੀਂ, ਜਾਂ ਮੈਂ ਤਾਂ ਇਹਦੇ ਕੋਈ ਪੈਸੇ ਦੇਣੇ ਨਹੀਂ। ਤਾਂ ਉਸ ਚੀਜ਼ਾਂ ਦੇ ਫਰੋਡਸ ਤੋਂ ਤੁਸੀਂ ਬਚ ਸਕਦੇ ਹੋ, ਕਿਉਂਕਿ ਜੇ ਤੁਸੀਂ ਉਹ ਪ੍ਰੋਪਰ ਚੀਜ਼ ਰਿਕਾਰਡ ਕੀਤੀ ਹੈ, ਤੁਸੀਂ ਇੱਕ ਸਿਸਟਮੈਟਿਕ ਵੇ 'ਚ ਪ੍ਰੋਪਰ ਡੇਟ ਵਾਈਜ਼ ਉਹ ਪਰਸਨ ਦਾ ਨੇਮ, ਕਿੰਨੇ ਪੈਸੇ ਹੈ, ਕਿੰਨੇ ਟਾਈਮ ਬਾਅਦ ਉਹ ਪੈਸੇ ਆਪਾਂ ਲੈਣੇ ਸੀ ਉਹ ਤੋਂ, ਮਤਲਬ ਕਿੰਨੇ ਟਾਈਮ ਦਾ ਉਧਾਰ ਸੀਗਾ, ਅਤੇ ਉਹ ਰਿਕਾਰਡ ਕੀਤਾ ਹੋਊਗਾ ਤਾਂ ਤੁਸੀਂ ਇਹ ਵਾਲੇ ਜੋ ਧੋਖੇ ਹੋਣਗੇ ਉਹਨਾਂ ਤੋਂ ਤੁਸੀਂ ਬਚ ਸਕੋਗੇ, ਠੀਕ ਹੈ। ਫੋਰਥ ਪੁਆਇੰਟ ਇਜ਼ ਬਿਜ਼ਨਸ ਵੈਲਿਊਏਸ਼ਨ। ਬਿਜ਼ਨਸ ਵੈਲਿਊਏਸ਼ਨ ਯੂਜ਼ ਹੁੰਦਾ ਜਦੋਂ ਤੁਸੀਂ ਸੇਲ ਕਰਨੀ ਹੁੰਦੀ ਹੈ, ਜੋ ਤੁਸੀਂ ਬਿਜ਼ਨਸ ਨੂੰ ਸੇਲ ਕਰੋਗੇ ਉਸ ਟਾਈਮ 'ਤੇ ਤੁਸੀਂ ਬਿਜ਼ਨਸ ਦੀ ਵੈਲਿਊ ਫਾਈਂਡ ਕਰ ਸਕਦੇ ਹੋ ਵੀ ਸਾਡੇ ਬਿਜ਼ਨਸ ਦੀ ਇੰਨੀ ਵੈਲਿਊ ਆ। ਜਿਵੇਂ ਸਪੋਜ਼ ਕਰੋ 20 ਲੱਖ ਦਾ ਮੈਂ ਕੋਈ ਬਿਜ਼ਨਸ ਆਪਦਾ ਸੇਲ ਕਰ ਰਹੀ ਹਾਂ, ਤਾਂ ਉਹ ਮੈਨੂੰ ਕਿਵੇਂ ਪਤਾ ਲੱਗੂਗਾ, ਜੇ ਮੈਂ ਪ੍ਰੋਪਰ ਰਿਕਾਰਡ ਕੀਤਾ ਹੋਊਗਾ ਤਾਂ ਮੈਨੂੰ ਪਤਾ ਲੱਗੂਗਾ ਵੀ ਮੇਰੀਆਂ ਇੰਨੀਆਂ ਐਸੈਟਸ ਆ, ਇੰਨੀ ਪ੍ਰੋਪਰਟੀ ਹੈ, ਇੰਨੀਆਂ ਮੇਰੀਆਂ ਜ਼ਿੰਮੇਵਾਰੀਆਂ, ਉਹ ਪੇ ਕਰਨ ਤੋਂ ਬਾਅਦ ਮੇਰੇ ਬਿਜ਼ਨਸ ਦੀ ਵੈਲਿਊ ਹੁਣ 20 ਲੱਖ ਬਚਦੀ ਆ। ਬਿਜ਼ਨਸ ਨੂੰ ਵੈਲਿਊਏਸ਼ਨ ਕਰ ਸਕਦੇ ਹੋ, ਠੀਕ ਹੈ। ਫਿਫਥ ਪੁਆਇੰਟ ਹੈ ਡੈਟ ਕਲੈਕਸ਼ਨ। ਡੈਟ ਕਲੈਕਸ਼ਨ ਹੁੰਦਾ ਜੋ ਪੈਸੇ ਆਪਾਂ ਉਧਾਰ 'ਤੇ ਦਿੱਤੇ ਹੁੰਦੇ ਆ, ਜਿਵੇਂ ਜਾਂ ਕੋਈ ਚੀਜ਼ ਆਪਾਂ ਸੇਲ ਕੀਤੀ ਹੁੰਦੀ ਹੈ ਉਧਾਰ 'ਤੇ, ਤਾਂ ਉਹ ਪੈਸਾ ਹਜੇ ਤੁਸੀਂ ਲੈਣਾ ਹੁੰਦਾ, ਤਾਂ ਡੈਟ ਕਲੈਕਟ ਕਰਨਾ ਸੌਖਾ ਹੋ ਜਾਂਦਾ ਜੋ ਤੁਸੀਂ ਉਧਾਰ ਦੀਆਂ ਟ੍ਰਾਂਜੈਕਸ਼ਨਸ ਕਰਦੇ ਹੋ, ਤਾਂ ਉਹਦੇ ਲਈ ਤੁਸੀਂ ਡੈਟ ਕਲੈਕਟ ਕਰ ਸਕਦੇ ਹੋ। ਜਿਵੇਂ ਮੈਂ ਕਿਸੇ ਤੋਂ ਪੈਸੇ ਲੈਣੇ ਆ 20,000, ਹੋਰ ਕੋਈ ਪਰਸਨ ਉਹ ਤੋਂ ਮੈਂ 15,000 ਲੈਣਾ, ਕਿਸ ਤੋਂ 5,000 ਲੈਣਾ, ਅਤੇ ਜੇ ਇਹ ਸਾਰੀਆਂ ਚੀਜ਼ਾਂ ਮੈਂ ਰਿਕਾਰਡ ਕੀਤੀਆਂ ਹੋਣਗੀਆਂ ਤਾਂ ਮੈਂ ਈਜ਼ਲੀ ਇਹਨਾਂ ਸਾਰੇ ਪਰਸਨਸ ਤੋਂ ਪੈਸੇ ਲੈ ਸਕੂੰਗੀ, ਕਿਉਂਕਿ ਮੈਨੂੰ ਪਤਾ ਹੋਊਗਾ ਵੀ ਰਾਮ ਤੋਂ ਮੈਂ 20,000 ਲੈਣਾ, ਸ਼ਾਮ ਤੋਂ 15,000 ਲੈਣਾ, ਜੋ ਵੀ ਉਹਨਾਂ ਦੇ ਨੇਮ ਹੈ, ਤਾਂ ਮੈਂ ਉਹਨਾਂ ਨੂੰ ਅਪਰੋਚ ਕਰ ਸਕੂੰਗੀ ਵੀ ਇੰਨੇ ਪੈਸੇ ਮੈਂ ਤੁਹਾਡੇ ਤੋਂ ਲੈਣੇ ਆ, ਮੇਰੇ ਕੋਲ ਇਹ ਚੀਜ਼ ਰਿਕਾਰਡ ਹੈਗੀ ਆ, ਤਾਂ ਆਪਣਾ ਜੋ ਉਧਾਰ ਵਾਲੀ ਚੀਜ਼ ਹੈ ਉਹ ਕਲੈਕਟ ਕਰਨੀ ਸੌਖੀ ਹੋ ਜਾਂਦੀ ਹੈ। ਨੈਕਸਟ ਹੈ 6th ਪੁਆਇੰਟ ਹੈਲਪਸ ਇਨ ਪਲੈਨਿੰਗ। ਜਿਵੇਂ ਤੁਸੀਂ ਪਹਿਲਾਂ ਆਪਾਂ ਦੇਖਿਆ ਡਿਸੀਜ਼ਨ ਮੇਕਿੰਗ ਵਾਲਾ ਪੁਆਇੰਟ, ਵੀ ਜਿਵੇਂ ਨੈਕਸਟ ਤੁਸੀਂ ਫਿਊਚਰ 'ਚ ਕੋਈ ਪਲਾਨਸ ਬਣਾਉਂਦੇ ਹੋ, ਵੀ ਨਵਾਂ ਪ੍ਰੋਡਕਟ ਐਡ ਕਰਦੇ ਹੋ, ਜਾਂ ਕੋਈ ਨਵੀਂ ਮਸ਼ੀਨ ਖਰੀਦਦੇ ਹੋ, ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਵਧਾਉਣ ਦੀ ਸੋਚਦੇ ਹੋ, ਵੀ ਮਤਲਬ ਕੋਈ ਹੋਰ ਫੀਚਰਸ ਐਡ ਕਰਨਾ ਚਾਹੁੰਦੇ ਹੋ, ਤਾਂ ਉਹ ਸਾਰੀ ਪਲੈਨਿੰਗ ਤੁਸੀਂ ਅਕਾਊਂਟਿੰਗ ਨਾਲ ਕਰ ਸਕਦੇ ਹੋ। 7th ਪੁਆਇੰਟ ਫੰਡ ਰੇਜ਼ਿੰਗ ਬਿਕਮ ਈਜ਼ੀ। ਇਹਦਾ ਮਤਲਬ ਹੈ ਜਦੋਂ ਤੁਸੀਂ ਕੋਈ ਲੋਨਸ ਵਗੈਰਾ ਲੈਣੇ ਹੁੰਦੇ ਆ, ਹੁਣ ਜਿਵੇਂ ਬਿਜ਼ਨਸ 'ਚ ਮੈਨੂੰ ਪੈਸੇ ਦੀ ਲੋੜ ਹੈ ਪਰ ਮੇਰੇ ਕੋਲ ਖੁਦ ਕੋਲ ਉਨੇ ਪੈਸੇ ਨਹੀਂ ਹੈਗੇ, ਤਾਂ ਮੈਂ ਕਿਸੇ ਤੋਂ ਲੋਨ ਲੈਣਾ ਚਾਹੁੰਦੀ ਹਾਂ, ਮਤਲਬ ਕਿਸੇ ਇੰਸਟੀਟਿਊਟ ਤੋਂ, ਜਾਂ ਜਿਹੜੇ ਵੀ ਅਦਾਰੇ ਹੈਗੇ ਆ ਆਸੇ ਪਾਸੇ ਵਾਲੇ, ਉਹਨਾਂ ਤੋਂ ਮੈਂ ਪੈਸੇ ਲੈਣੇ ਚਾਹੁੰਦੀ ਹਾਂ, ਤਾਂ ਉਹ ਮੈਨੂੰ ਈਜ਼ਲੀ ਮਿਲ ਜਾਣਗੇ। ਈਜ਼ਲੀ ਕਿਉਂ ਮਿਲ ਜਾਣਗੇ? ਕਿਉਂਕਿ ਮੇਰੀ ਰਿਕਾਰਡਿੰਗ ਪ੍ਰੋਪਰ ਹੈ, ਮੈਂ ਪ੍ਰੋਪਰ ਅਕਾਊਂਟਿੰਗ ਕਰਦੀ ਹਾਂ, ਪ੍ਰੋਪਰ ਡਿਟੇਲ ਵਾਈਜ਼ ਆਪਦਾ ਸਾਰਾ ਕੰਮ ਕਰਦੀ ਹਾਂ, ਤਾਂ ਜਿਹੜੇ ਫੰਡ ਰੇਜ਼ਿੰਗ ਆ ਉਹ ਈਜ਼ੀ ਹੋ ਜਾਊਗਾ, ਕਿਉਂਕਿ ਜਿਹੜਾ ਵੀ ਪਰਸਨ ਤੁਹਾਨੂੰ ਲੋਨ ਦੇਊਗਾ, ਜਿਵੇਂ ਸਪੋਜ਼ ਕਰੋ ਮੈਂ ਬੈਂਕ ਨੂੰ ਅਪਰੋਚ ਕੀਤਾ, ਤਾਂ ਬੈਂਕ ਹੁਣ ਜੇ ਮੈਨੂੰ ਲੋਨ ਦੇਊਗਾ, ਮੈਂ 5 ਲੱਖ ਲਈ ਅਪਰੋਚ ਕੀਤਾ, ਬੈਂਕ ਮੈਨੂੰ ਡਾਇਰੈਕਟਲੀ ਫਾਈਨਾਂਸ ਨਹੀਂ ਪ੍ਰੋਵਾਈਡ ਕਰੂਗਾ, ਪਹਿਲਾਂ ਚੈੱਕ ਕਰੂਗਾ ਵੀ ਮੇਰੇ ਬਿਜ਼ਨਸ ਦੀ ਕੰਡੀਸ਼ਨ ਕੀ ਹੈ, ਮਤਲਬ ਕਿ ਉਹ ਦੇਖੂਗਾ ਵੀ ਹਾਂ ਇਹ ਬਿਜ਼ਨਸਮੈਨ ਸਹੀ ਹੈ, ਜਾਂ ਆਪਦੇ ਪੈਸੇ ਟਾਈਮ ਸਿਰ ਮੋੜ ਦੂਗਾ ਮੈਨੂੰ, ਤਾਂ ਉਹ ਪ੍ਰੋਪਰ ਇਨਕੁਆਇਰੀ ਕਰਨਗੇ। ਉਹ ਪ੍ਰੋਪਰ ਇਨਕੁਆਇਰੀ ਕਦੋਂ ਹੋਊਗੀ? ਜੇ ਤੁਸੀਂ ਪ੍ਰੋਪਰ ਅਕਾਊਂਟ ਬਣਾਏ ਹੋਣਗੇ। ਜੇ ਤੁਸੀਂ ਕੋਈ ਚੀਜ਼ ਆਪਦੀ ਰਿਕਾਰਡਿੰਗ ਨਹੀਂ ਕੀਤੀ ਹੋਊਗੀ ਤਾਂ ਬੈਂਕ ਨੂੰ ਵੀ ਨਹੀਂ ਪਤਾ ਲੱਗੂਗਾ ਵੀ ਇਹਦੇ ਕੋਲ ਕਿੰਨੇ ਪੈਸੇ ਆ, ਕਿੰਨੀਆਂ ਐਸੈਟਸ ਆ, ਕਿੰਨੀਆਂ ਲਾਇਬਿਲਿਟੀਜ਼ ਆ, ਅਤੇ ਉਹ ਰਿਕਾਰਡਿੰਗ ਦੇ ਬੇਸ 'ਤੇ ਬੈਂਕ ਪ੍ਰੋਪਰ ਡਿਟੇਲ ਐਨਾਲਾਈਸਿਸ ਕਰਨ ਤੋਂ ਬਾਅਦ ਫਿਰ ਤੁਹਾਨੂੰ ਲੋਨ ਪ੍ਰੋਵਾਈਡ ਕਰ ਦੂਗਾ 5 ਲੱਖ ਦਾ, ਠੀਕ ਹੈ। 8th ਪੁਆਇੰਟ ਐਵੀਡੈਂਸ ਮੀਨਸ ਪ੍ਰੂਫ ਉਹੀ ਜਦੋਂ ਤੁਹਾਨੂੰ ਇਨ ਫਿਊਚਰ ਕੋਈ ਕੇਸ ਹੁੰਦਾ ਜਾਂ ਕੋਈ ਵੀ ਮਤਲਬ ਫਰੋਡ ਹੁੰਦਾ, ਜਾਂ ਕੋਈ ਪਰਸਨ ਤੁਹਾਡੇ ਪੈਸੇ ਮੁੱਕਰਦਾ, ਤਾਂ ਉਸ ਟਾਈਮ 'ਤੇ ਤੁਸੀਂ ਇਹਨੂੰ ਇੱਕ ਪ੍ਰੂਫ ਦੀ ਵਜੋਂ ਵਰਤ ਸਕਦੇ ਹੋ, ਦਿਖਾ ਸਕਦੇ ਹੋ ਵੀ ਆਹ ਦੇਖੋ ਮੇਰੇ ਕੋਲ ਪ੍ਰੋਪਰ ਰਿਕਾਰਡਿੰਗ ਹੈ ਟ੍ਰਾਂਜੈਕਸ਼ਨ ਸੀ, ਠੀਕ ਹੈ। 9th ਪੁਆਇੰਟ ਹੈ ਕੰਪੈਰੀਜ਼ਨ ਹੁੰਦਾ, ਜਿਵੇਂ ਤੁਸੀਂ ਲਾਸਟ ਈਅਰ ਦਾ ਅਤੇ ਹੁਣ ਵਾਲੇ ਈਅਰ ਦਾ, ਜਿਵੇਂ ਸਪੋਜ਼ ਕਰੋ 2019 ਦਾ ਅਤੇ 2020 ਦਾ ਕੰਪੈਰੀਜ਼ਨ ਕਰ ਸਕਦੇ ਹੋ। ਜਿਵੇਂ 2019 'ਚ ਤੁਹਾਡੇ ਪ੍ਰੋਫਿਟ ਹੋ ਰਹੇ ਸੀ ਤੁਹਾਨੂੰ 50,000 ਦੇ, ਅਤੇ ਇਹ ਸਾਲ ਤੁਹਾਡੇ ਪ੍ਰੋਫਿਟ ਹੋ ਗਏ ਤੁਹਾਨੂੰ 40,000 ਦੀ, ਤਾਂ ਤੁਸੀਂ ਇਹ 'ਚ ਕੰਪੇਅਰ ਕਰ ਸਕਦੇ ਹੋ ਵੀ ਮੇਰੇ ਪ੍ਰੋਫਿਟ ਘਟੇ ਆ, 10,000 ਘਟੇ ਆ, ਕਿਉਂ ਘਟੇ ਆ, ਕੀ ਰੀਜ਼ਨਸ ਆ, ਕੰਪੈਰੀਜ਼ਨ 'ਚ ਹੈਲਪ ਕਰਦਾ। ਨੈਕਸਟ ਪੁਆਇੰਟ ਇਜ਼ ਪ੍ਰੋਫਿਟ ਲੋਸ ਅਸਰਟੇਨਡ ਕਰ ਸਕਦੇ ਹੋ, ਸੇਮ ਐਜ਼ ਜਿਵੇਂ ਤੁਸੀਂ ਆਪਦੇ ਪ੍ਰੋਫਿਟ ਲੋਸ ਕੱਢ ਸਕਦੇ ਹੋ, ਕਿੰਨਾ ਪ੍ਰੋਫਿਟ ਕਿੰਨਾ ਲੋਸ ਹੈ। ਫਿਰ ਫਾਈਨੈਂਸ਼ੀਅਲ ਪੋਜੀਸ਼ਨ ਉਹ ਵੀ ਸੇਮ, ਵੀ ਬੈਲੈਂਸ ਸ਼ੀਟ ਦੇ ਥਰੂ ਤੁਸੀਂ ਆਪਦੀ ਫਾਈਨੈਂਸ਼ੀਅਲ ਪੋਜੀਸ਼ਨ ਦੇਖ ਸਕਦੇ ਹੋ, ਤੁਹਾਡੀਆਂ ਕਿੰਨੀਆਂ ਐਸੈਟਸ ਹੈ, ਕਿੰਨੀਆਂ ਲਾਇਬਿਲਿਟੀਜ਼ ਔਰ ਕਿੰਨੀ ਕੈਪੀਟਲ ਹੈ,
ਲਾਸਟ ਹੈ ਟਾਈਮਸ ਆਫ ਇਨਸੋਲਵੈਂਸੀ। ਇਨਸੋਲਵੈਂਸੀ ਹੁੰਦਾ ਜਦੋਂ ਬੰਦਾ ਸੋਲਵੈਂਟ ਨਹੀਂ ਰਹਿੰਦਾ, ਮਤਲਬ ਕਿ ਇਹ ਦਿਵਾਲਾ ਨਿਕਲ ਜਾਣਾ ਜਿਵੇਂ ਆਪਾਂ ਕਹਿੰਦੇ ਹਾਂ। ਟਾਈਮਸ ਆਫ ਇਨਸੋਲਵੈਂਸੀ ਮੀਨਸ ਜਦੋਂ ਤੁਹਾਡੇ ਜਿਹੜੇ ਡੈਟ ਹੈ ਉਹ ਇਨਕਰੀਜ਼ ਹੋ ਜਾਂਦੇ ਆ, ਮੋਰ ਦੈਨ ਹੋ ਜਾਂਦੀਆਂ ਤੁਹਾਡੀਆਂ ਐਸੈਟਸ ਤੋਂ, ਮੀਨਸ ਤੁਹਾਡੀਆਂ ਲਾਇਬਿਲਿਟੀਜ਼। ਜਿਵੇਂ ਸਪੋਜ਼ ਕਰੋ ਕਿਸੇ ਪਰਸਨ ਨੂੰ ਪੈਸੇ ਦੇਣੇ ਆ 20 ਲੱਖ, ਪਰ ਤੁਹਾਡੇ ਕੋਲ 20 ਲੱਖ ਰੁਪਇਆ ਨਹੀਂ ਹੈਗਾ, ਮਤਲਬ ਤੁਸੀਂ 20 ਲੱਖ ਅਰੇਂਜ ਵੀ ਨਹੀਂ ਕਰ ਸਕਦੇ। ਤੁਸੀਂ ਜਿਹੜੇ ਤੁਹਾਡੀ ਆਪਦੀ ਪਰਸਨਲ ਪ੍ਰੋਪਰਟੀ ਹੈ ਜਾਂ ਜਿਹੜੀ ਤੁਹਾਡੀ ਬਿਜ਼ਨਸ ਦੀ ਪ੍ਰੋਪਰਟੀ ਹੈ, ਜੇ ਤੁਸੀਂ ਉਹ ਸੇਲ ਵੀ ਕਰ ਦਿਓ ਫਿਰ ਵੀ ਤੁਹਾਡੇ ਕੋਲ 20 ਲੱਖ ਰੁਪਇਆ ਨਹੀਂ ਬਣ ਰਿਹਾ, ਤਾਂ ਉਹ ਪਰਸਨ ਕੀ ਕਰਦਾ, ਆਪਦੇ ਆਪ ਨੂੰ ਇਨਸੋਲਵੈਂਟ ਡਿਕਲੇਅਰ ਕਰ ਦਿੰਦਾ ਵੀ ਮੈਂ ਇਹ ਪੈਸੇ ਪੇ ਨਹੀਂ ਕਰ ਸਕਦਾ, ਮਤਲਬ ਮੇਰੇ ਕੋਲ ਇੰਨੀ ਪੈਸੇ ਕਪੈਸਿਟੀ ਨਹੀਂ ਹੈਗੀ ਪੇ ਕਰਨ ਦੀ, ਪੈਸੇ ਪੇ ਕਰਨ ਦੀ, ਤਾਂ ਉਹਨੂੰ ਕਹਿੰਦੇ ਇਨਸੋਲਵੈਂਸੀ। ਤਾਂ ਟਾਈਮਸ ਆਫ ਇਨਸੋਲਵੈਂਸੀ ਮਤਲਬ ਜੋ ਤੁਹਾਡੇ ਬਿਜ਼ਨਸ 'ਚ ਇਨਸੋਲਵੈਂਸੀ ਹੁੰਦੀ ਹੈ ਤਾਂ ਵੈਸੇ ਕੋਈ ਵੀ ਪਰਸਨ ਯਕੀਨ ਨਹੀਂ ਕਰੂਗਾ ਵੀ ਤੁਸੀਂ ਇਨਸੋਲਵੈਂਟ ਹੋ ਗਏ ਹੋ, ਕਿਉਂਕਿ ਜੇ ਤੁਸੀਂ ਐਜ਼ ਅ ਬਿਜ਼ਨਸਮੈਨ ਇਨਸੋਲਵੈਂਟ ਹੁੰਦੇ ਹੋ ਤਾਂ ਕੋਈ ਬਿਲੀਵ ਨਹੀਂ ਕਰੂਗਾ ਵੀ ਤੁਸੀਂ ਇਨਸੋਲਵੈਂਟ ਹੋ। ਤਾਂ ਉਹਦੇ ਲਈ ਤੁਸੀਂ ਆਪਦੀਆਂ ਬੁੱਕਸ ਆਫ ਅਕਾਊਂਟਸ ਦਿਖਾ ਸਕਦੇ ਹੋ ਵੀ ਦੇਖੋ ਮੇਰੇ ਕੋਲ ਇੰਨੇ ਪੈਸੇ ਸੀ, ਉਹ ਮੈਂ ਇੱਥੇ ਇੱਥੇ ਖਰਚ ਕੀਤੇ ਆ, ਅਤੇ ਇੰਨੀਆਂ ਮੇਰੀਆਂ ਅਸੈਟਸ ਲਾਇਬਿਲਿਟੀ ਪੇ ਕਰਨ ਤੋਂ ਬਾਅਦ ਮੇਰੇ ਕੋਲ ਆਹ ਪੈਸੇ ਬਚਦੇ ਆ ਜੋ ਤੁਹਾਡੇ 20 ਲੱਖ ਨੂੰ ਰਿਕਵਰ ਨਹੀਂ ਕਰ ਸਕਦੇ। ਉਹ ਹੁੰਦਾ ਇਨਸੋਲਵੈਂਸ, ਮਤਲਬ ਜੋ ਤੁਸੀਂ ਸੋਲਵੈਂਟ ਨਹੀਂ ਰਹਿੰਦੇ ਉਹਦੇ ਪੈਸੇ ਪੇ ਕਰਨ ਦੇ ਲਈ, ਠੀਕ ਹੈ। ਸੋ ਇਹ ਸਾਰੀਆਂ ਉਹਦੀਆਂ ਐਡਵਾਂਟੇਜਿਸ ਸੀਗੀਆਂ। ਨੈਕਸਟ ਆ ਗਈਆਂ ਸਮ ਆਫ ਡਿਸਐਡਵਾਂਟੇਜ। ਡਿਸਐਡਵਾਂਟੇਜ ਹੁੰਦੀਆਂ ਅਲਟਰਨੇਟਿਵ ਟਰੀਟਮੈਂਟ। ਡਿਸਐਡਵਾਂਟੇਜ ਮੀਨਸ ਹਾਨੀਆਂ, ਜੋ ਵੀ ਤੁਸੀਂ ਜੇ ਹਰ ਇੱਕ ਚੀਜ਼ ਦੇ ਲਾਭ ਹਾਨੀਆਂ ਹੁੰਦੀਆਂ, ਜਿਵੇਂ ਆਪਾਂ ਦੇਖਦੇ ਹਾਂ ਵੀ ਮੈਰਿਟ ਔਰ ਡੀਮੈਰਿਟ ਹੁੰਦੀਆਂ। ਜੇ ਅਕਾਊਂਟਿੰਗ ਦੇ ਕੁਛ ਤੁਹਾਨੂੰ ਫਾਇਦੇ ਆ ਤਾਂ ਓਬਵੀਅਸਲੀ ਕੁਛ ਉਹਦੇ ਪਿਨ ਪੁਆਇੰਟਸ ਵੀ ਔਰ ਕੁਛ ਉਹਦੇ ਨੁਕਸਾਨ ਵੀ ਹੋਣਗੇ। ਤਾਂ ਅਲਟਰਨੇਟਿਵ ਟਰੀਟਮੈਂਟ ਮੀਨਸ ਮੈਥਡਸ। ਹੁਣ ਜਿਵੇਂ ਤੁਸੀਂ ਕੋਈ ਚੀਜ਼ ਕੈਲਕੂਲੇਟ ਕਰਨੇ ਹੋ, ਅਗਲੇ ਚੈਪਟਰਸ ਤੋਂ ਦੇਖੋਗੇ, ਜਿਵੇਂ ਆਪਾਂ ਡੈਪਰੀਸੀਏਸ਼ਨ ਕੈਲਕੂਲੇਟ ਕਰਨੀ ਹੈ ਸਪੋਜ਼ ਕਰੋ ਐਸੈਟਸ 'ਤੇ, ਤਾਂ ਉਹਦੇ 2-3 ਮੈਥਡ ਹੈਗੇ ਅਲੱਗ-ਅਲੱਗ। ਤਾਂ ਉਹ ਹੁਣ ਦੇਖੋ ਜੇ ਆਪਾਂ ਬਿਜ਼ਨਸ ਦੇ ਥਰੂ ਵੇਖੀਏ ਵੀ ਸਪੋਜ਼ ਕਰੋ ਇੱਕ ਬਿਜ਼ਨਸਮੈਨ ਇੱਕ ਫਾਰਮੂਲਾ ਯੂਜ਼ ਕਰਦਾ, ਦੂਜਾ ਬਿਜ਼ਨਸਮੈਨ ਦੂਜਾ ਫੋਲੋ ਕਰਦਾ, ਅਤੇ ਫਿਰ ਉਸ ਟਾਈਮ 'ਤੇ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਕਿਉਂਕਿ ਡਿਫਰੈਂਟ ਆਲਟਰਨੇਟਿਵ ਮੈਥਡਸ ਹੈ, ਅਲੱਗ-ਅਲੱਗ ਮੈਥਡ ਹੈ। ਜਿਹੜੇ ਕਿਸੇ ਬਿਜ਼ਨਸਮੈਨ ਨੂੰ ਜਾਂ ਜਿਹੜੇ ਪਰਸਨ ਨੂੰ ਜਿਹੜੀ ਚੀਜ਼ ਸੂਟੇਬਲ ਕਰਦੀ ਹੈ ਉਹ ਉਹਨੂੰ ਫੋਲੋ ਕਰੂਗਾ, ਅਤੇ ਜਿਹਦੇ ਨਾਲ ਜਿਹੜੇ ਆਪਣੇ ਰਿਜ਼ਲਟ ਉਹ ਕਦੇ ਸੇਮ ਨਹੀਂ ਹੋਣਗੇ, ਤਾਂ ਤੁਸੀਂ ਉਸ 'ਚ ਕੰਪੈਰੀਜ਼ਨ ਨਹੀਂ ਕਰ ਪਾਓਗੇ। ਜਿਵੇਂ ਸਪੋਜ਼ ਕਰੋ ਮੈਂ ਮੈਥਡ ਯੂਜ਼ ਕੀਤਾ ਸਟ੍ਰੇਟ ਲਾਈਨ ਮੈਥਡ, ਦੂਜੇ ਨੇ ਰਿਟਨ ਡਾਊਨ ਵੈਲਿਊ ਮੈਥਡ, ਜੋ ਮੈਥਡ ਹੈਗੇ ਦੋ ਡੈਪਰੀਸੀਏਸ਼ਨ ਦੇ, ਤਾਂ ਜਦੋਂ ਆਪਾਂ ਉਹਦਾ ਰਿਜ਼ਲਟ ਚੈੱਕ ਕਰਾਂਗੇ ਤਾਂ ਸੇਮ ਨਹੀਂ ਆਊਗਾ। ਤਾਂ ਕਰਕੇ ਉਹ ਡਿਸਐਡਵਾਂਟੇਜ ਹੈ ਵੀ ਆਪਾਂ ਕੰਪੈਰੀਜ਼ਨ ਨਹੀਂ ਉਸ ਟਾਈਮ 'ਤੇ ਪ੍ਰੋਪਰ ਕਰ ਪਾਵਾਂਗੇ, ਠੀਕ ਹੈ। ਸੈਕਿੰਡ ਪੁਆਇੰਟ ਆ ਗਿਆ ਪਰਸਨਲ ਜਜਮੈਂਟ। ਪਰਸਨਲ ਜਜਮੈਂਟ ਕੀ ਹੈ ਵੀ ਜਿਵੇਂ ਕੰਸੈਪਟ ਹੈ, ਨੈਕਸਟ ਚੈਪਟਰ 'ਚ ਆਪਾਂ ਦੇਖਦੇ ਹਾਂ ਵੀ ਕੰਸੈਪਟਸ ਹੁੰਦੇ ਆ, ਜਿਵੇਂ ਕੋਈ ਕੰਸੈਪਟ ਬਣਿਆ ਹੁੰਦਾ ਤਾਂ ਪਰਸਨਲ ਜਜਮੈਂਟ ਆਏ ਆ ਵੀ ਹਰੇਕ ਪਰਸਨ ਦੀ ਆਪਦੇ ਵਿਊ ਪੁਆਇੰਟ ਹੈ ਚੀਜ਼ਾਂ ਨੂੰ ਰਿਕਾਰਡ ਕਰਨ ਦੇ। ਹੁਣ ਦੇਖੋ ਕੋਈ ਬੰਦਾ, ਹੁਣ ਜਿਵੇਂ ਸਪੋਜ਼ ਕਰੋ A ਔਰ B ਦੋ ਬਿਜ਼ਨਸ ਹੈ, ਠੀਕ ਹੈ। ਜਿਹੜਾ A ਵਾਲਾ ਬਿਜ਼ਨਸ ਹੈ ਉਹ ਤਾਂ ਚੀਜ਼ਾਂ ਨੂੰ ਉਦੋਂ ਰਿਕਾਰਡ ਕਰਦਾ ਹੈ ਜਦੋਂ ਉਹਦੇ ਕੋਲ ਐਕਚੁਅਲ ਪੈਸਾ ਆਉਂਦਾ ਹੈ ਜਾਂ ਐਕਚੁਅਲ ਪੈਸਾ ਜਾਂਦਾ ਹੈ। ਜਿਵੇਂ ਸਪੋਜ਼ ਕਰੋ ਮੈਂ ਕਿਸੇ ਨਾਲ ਕੋਈ ਟ੍ਰਾਂਜੈਕਸ਼ਨ ਕੀਤੀ, ਠੀਕ ਹੈ, ਉਹ ਪੈਸੇ ਮੈਨੂੰ 3 ਮੰਥਸ ਬਾਅਦ ਮਿਲਦੇ ਆ, ਤਾਂ ਉਹਨੂੰ ਮੈਂ ਅੱਜ ਰਿਕਾਰਡ ਨਹੀਂ ਕਰੂੰਗੀ, ਮੈਂ ਉਦੋਂ ਹੀ ਰਿਕਾਰਡ ਕਰੂੰਗੀ ਜਦੋਂ 3 ਮਹੀਨੇ ਬਾਅਦ ਉਹ ਪੈਸੇ ਮੈਨੂੰ ਮਿਲ ਜਾਣਗੇ, ਠੀਕ ਹੈ। ਤਾਂ ਉਹ ਤਾਂ ਉਹਦਾ ਹੋ ਗਿਆ ਰੈਵਨਿਊ ਬੇਸਡ, ਮਤਲਬ ਕਿ ਜਦੋਂ ਉਹਦੇ ਕੋਲ, ਜਾਂ ਇਨਕਮ ਬੇਸਡ ਕੰਸੈਪਟ, ਮਤਲਬ ਜਦੋਂ ਐਕਚੁਅਲ ਉਹਦੇ ਕੋਲ ਪੈਸਾ ਆਉਂਦਾ ਉਹ ਚੀਜ਼ ਨੂੰ ਉਦੋਂ ਰਿਕਾਰਡ ਕਰਦਾ, ਠੀਕ ਹੈ। ਜਿਹੜਾ B ਪਰਸਨ ਹੈ ਉਹਦਾ ਅਲੱਗ ਮੈਥਡ ਹੈ, ਉਹ ਮੈਥਡ ਯੂਜ਼ ਕਰਦਾ ਵੀ ਉਹ ਕਹਿੰਦਾ ਜਦੋਂ ਵੀ ਟ੍ਰਾਂਜੈਕਸ਼ਨ ਹੋ ਗਈ, ਭਾਵੇਂ ਪੈਸਾ ਤੁਹਾਨੂੰ ਮਿਲਿਆ ਭਾਵੇਂ ਪੈਸਾ ਨਹੀਂ ਮਿਲਿਆ, ਪਰ ਤੁਸੀਂ ਉਹ ਚੀਜ਼ ਨੂੰ ਰਿਕਾਰਡ ਕਰ ਦੋਗੇ, ਠੀਕ ਹੈ। ਉਹਦਾ ਮੀਨਸ ਹੈ ਵੀ ਅਕਰਲ ਬੇਸਿਸ। ਤਾਂ ਇਹ ਹੋ ਗਿਆ ਕੈਸ਼ ਬੇਸਿਸ। ਕੈਸ਼ ਬੇਸਿਸ ਮਤਲਬ ਜਦੋਂ ਐਕਚੁਅਲ ਕੈਸ਼ ਤੁਹਾਡੇ ਕੋਲ ਆਊਗਾ ਤੁਸੀਂ ਉਹਨੂੰ ਉਹਦੀ ਰਿਕਾਰਡ ਕਰੋਗੇ। ਅਕਰਲ ਬੇਸਿਸ ਭਾਵੇਂ ਪੈਸਾ ਆਵੇ ਭਾਵੇਂ ਨਾ ਆਵੇ, ਪਰ ਉਹ ਟ੍ਰਾਂਜੈਕਸ਼ਨ ਹੋ ਜਾਣੀ ਚਾਹੀਦੀ ਹੈ। ਮਤਲਬ ਜਿਵੇਂ ਮੈਂ ਕਿਸੇ ਨੂੰ 20,000 ਦੀਆਂ ਚੀਜ਼ਾਂ ਵੇਚਦੀ ਹਾਂ ਪਰ ਉਹ ਮੈਨੂੰ ਪੈਸੇ ਹਜੇ ਤੱਕ ਨਹੀਂ ਮਿਲੇ, ਤਾਂ ਟ੍ਰਾਂਜੈਕਸ਼ਨ ਹੋ ਗਈ ਨਾ 20,000 ਦੀ, ਤਾਂ ਉਹ ਮੈਂ ਰਿਕਾਰਡ ਕਰ ਦੂੰਗੀ। ਤਾਂ ਉਹ ਦੋ ਅਲੱਗ-ਅਲੱਗ ਪਰਸਨਲ ਜਜਮੈਂਟ ਦੇ ਬੇਸ 'ਤੇ ਹੈ। A ਵਾਲਾ ਬੰਦਾ ਅਲੱਗ ਸੋਚਦਾ, ਉਹਦੇ ਆਪਦੇ ਵਿਊ ਪੁਆਇੰਟਸ ਹੈ, B ਵਾਲੇ ਦੇ ਆਪਦੇ ਵਿਊ ਪੁਆਇੰਟਸ ਹੈ, ਠੀਕ ਹੈ। ਥਰਡ ਪੁਆਇੰਟ ਹੈ ਨਾਨ ਮੋਨੀਟਰੀ ਟਰਮਸ ਇਗਨੋਰ। ਨਾਨ ਮੋਨੀਟਰੀ ਆਪਾਂ ਪਹਿਲਾਂ ਦੇਖਿਆ ਵੀ ਓਨਲੀ ਜਿਹੜੀਆਂ ਚੀਜ਼ਾਂ ਤੁਹਾਡੀਆਂ ਪੈਸੇ ਨਾਲ ਤੁਸੀਂ ਦੇਖ ਸਕਦੇ ਹੋ ਜਾਂ ਪੈਸੇ ਨਾਲ ਤੁਸੀਂ ਮੈਜ਼ਰ ਕਰਦੇ ਹੋ ਤਾਂ ਉਹੀ ਤੁਸੀਂ ਅਕਾਊਂਟਸ 'ਚ ਰਿਕਾਰਡ ਕਰ ਪਾਓਗੇ, ਅਦਰਵਾਈਜ਼ ਨਹੀਂ। ਜਿਵੇਂ ਨਾਨ ਮੋਨੀਟਰੀ ਹੋ ਗਿਆ, ਜਿਵੇਂ ਕੋਈ ਬੰਦਾ ਬਹੁਤ ਓਨੈਸਟ ਹੈ, ਓਨੈਸਟੀ ਹੈ, ਕੋਈ ਪਰਸਨ 10 ਜਾਂ 20 ਸਾਲਾਂ ਤੋਂ ਤੁਹਾਡੇ ਬਿਜ਼ਨਸ 'ਚ ਕੰਮ ਕਰ ਰਿਹਾ, ਪਰ ਜੇ ਉਹਨੇ ਕੋਈ ਵੀ ਨੁਕਸਾਨ ਕੀਤਾ ਤਾਂ ਤੁਸੀਂ ਉਹਨੂੰ ਕੱਢ ਦੋਗੇ ਬਿਜ਼ਨਸ 'ਚ, ਕਿਉਂਕਿ ਉਹਦੀ ਓਨੈਸਟੀ ਮੈਟਰ ਨਹੀਂ ਕਰਦੀ ਤੁਹਾਡੇ ਲਈ। ਤੁਹਾਡੇ ਪ੍ਰੋਫਿਟਸ ਔਰ ਤੁਹਾਡਾ ਫਾਈਨਾਂਸ ਔਰ ਮਨੀ ਟਰਮਸ 'ਚ ਚੀਜ਼ਾਂ ਮੈਟਰ ਕਰਦੀਆਂ। ਤਾਂ ਜਿਹੜੇ ਨਾਨ ਮੋਨੀਟਰੀ ਕੰਸੈਪਟਸ ਹੈ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਹੈ। ਜਿਵੇਂ ਆਪਾਂ ਕਹਿ ਸਕਦੇ ਐਫੀਸ਼ੀਐਂਸੀ, ਕੋਈ ਪਰਸਨ ਬਹੁਤ ਇਫੈਕਟਿਵ ਹੈ, ਆਪਦੇ ਕੰਮ ਨੂੰ ਬਹੁਤ ਕੁਸ਼ਲਤਾ ਦੇ ਨਾਲ, ਮਿਹਨਤ ਨਾਲ, ਹਾਰਡ ਵਰਕ ਨਾਲ ਕਰਦਾ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕੀਤਾ ਜਾਂਦਾ। ਨੈਕਸਟ ਆ ਗਿਆ ਡਜ਼ਨਟ ਪ੍ਰੋਵਾਈਡ ਦਾ ਟਾਈਮਲੀ ਇਨਫੋਰਮੇਸ਼ਨ। ਟਾਈਮਲੀ ਇਨਫੋਰਮੇਸ਼ਨ ਦਾ ਮਤਲਬ ਇਵੇਂ ਆ ਵੀ ਜਦੋਂ ਜਿਹੜੇ ਤੁਹਾਡੇ ਰਿਜ਼ਲਟ ਹੈ ਉਹ ਤੁਹਾਨੂੰ 31 ਮਾਰਚ ਨੂੰ ਹੀ ਮਿਲਣਗੇ ਅਕੋਰਡਿੰਗ ਟੂ ਅਕਾਊਂਟਿੰਗ ਈਅਰ, ਠੀਕ ਹੈ। ਕੋਈ ਵੀ ਈਅਰ ਹੈ ਉਹਦੇ ਲਾਸਟ 'ਤੇ ਤੁਹਾਨੂੰ ਜਿਹੜੇ ਰਿਜ਼ਲਟਸ ਮਿਲਣਗੇ, ਕਿਉਂਕਿ ਜਿਹੜੀਆਂ ਵੀ ਤੁਸੀਂ ਅਕਾਊਂਟਸ ਦੀਆਂ ਬੁੱਕਸ ਪ੍ਰਪੇਅਰ ਕਰਦੇ ਹੋ ਉਹ ਹਮੇਸ਼ਾ ਸਾਲ ਦੇ ਐਂਡ 'ਤੇ ਪ੍ਰਪੇਅਰ ਕੀਤੀਆਂ ਜਾਂਦੀਆਂ, ਜਿਵੇਂ ਪ੍ਰੋਫਿਟ ਲੋਸ ਬੈਲੈਂਸ ਸ਼ੀਟ। ਤਾਂ ਸਪੋਜ਼ ਕਰੋ ਤੁਹਾਨੂੰ ਕਦੇ ਵਿੱਚ ਇਨ ਬਿਟਵੀਨ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਸਪੋਜ਼ ਕਰੋ ਤੁਹਾਨੂੰ ਜੂਨ 'ਚ ਕੋਈ
ਇਨਕੁਆਇਰੀ ਦੇ ਟਾਈਮ 'ਤੇ ਜਾਂ ਕੁਛ ਵੀ ਮਤਲਬ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਚਾਹੀਦੀ ਹੈ, ਡਿਟੇਲ ਐਨਾਲਾਈਸਿਸ ਉਹ ਪਰਟੀਕੂਲਰ ਈਅਰ ਦਾ, ਤਾਂ ਤੁਹਾਨੂੰ ਉਸ ਪਰਟੀਕੂਲਰ ਈਅਰ ਦੀ ਇਨਫੋਰਮੇਸ਼ਨ ਪ੍ਰੋਪਰਲੀ ਨਹੀਂ ਮਿਲ ਸਕਦੀ, ਕਿਉਂਕਿ ਤੁਹਾਡੇ ਰਿਜ਼ਲਟ ਕਦੋਂ ਮਿਲਣਗੇ ਤੁਹਾਨੂੰ 31 ਮਾਰਚ ਨੂੰ। 31 ਮਾਰਚ ਤੋਂ ਪਹਿਲਾਂ ਆਪਾਂ ਉਹਦੀ ਵੈਲਿਊਏਸ਼ਨ ਨਹੀਂ ਕਰ ਪਾਵਾਂਗੇ, ਅਤੇ ਤਾਂ ਕਰਕੇ ਇਹਦੀ ਜਿਹੜੀ ਆਪਣੀ ਟਾਈਮਲੀ ਇਨਫੋਰਮੇਸ਼ਨ ਹੈ, ਮਤਲਬ ਜਦੋਂ ਜਿਹੜੇ ਵੀ ਟਾਈਮ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਉਹ ਥੋੜ੍ਹੀ ਪੋਸੀਬਲ ਨਹੀਂ ਹੁੰਦੀ, ਨਹੀਂ ਮਿਲ ਪਾਉਂਦੀ, ਤਾਂ ਕਰਕੇ ਡਿਸਐਡਵਾਂਟੇਜ ਹੈ। ਨੈਕਸਟ ਹੈ ਡਿਟੇਲਡ ਐਨਾਲਾਈਸਿਸ ਨੋਟ ਪ੍ਰੋਵਾਈਡਡ। ਡਿਟੇਲ ਐਨਾਲਾਈਸਿਸ ਆਏ ਆ ਜਿਵੇਂ ਕੁਛ ਚੀਜ਼ਾਂ ਤੁਸੀਂ ਖਰੀਦਦੇ ਹੋ ਜਾਂ ਵੇਚਦੇ ਹੋ, ਤਾਂ ਜਿਹੜੀ ਇਨਫੋਰਮੇਸ਼ਨ ਉਹ ਸਪਲਾਈ ਕੀਤੀ ਜਾਂਦੀ ਹੈ ਉਹ ਪ੍ਰੋਪਰ ਨਹੀਂ ਹੁੰਦੀ। ਮਤਲਬ ਕਿ ਜਿਵੇਂ ਆਪਾਂ ਜਦੋਂ ਕੋਈ ਵੀ ਐਂਟਰੀ ਕਰਦੇ ਹਾਂ, ਜਿਵੇਂ ਆਪਾਂ ਕੋਈ ਵੀ ਐਂਟਰੀ ਕਰਦੇ ਹਾਂ, ਜਿਵੇਂ ਸਪੋਜ਼ ਕਰੋ ਕੋਈ ਇਨਕਮ ਦੀ ਹੈ ਅਤੇ ਲੋਸ ਦੀ ਹੈ, ਅਤੇ ਆਪਾਂ ਉਹ 'ਚ ਸਿਰਫ ਟੋਟਲ ਇਨਕਮ ਔਰ ਟੋਟਲ ਲੋਸ ਸ਼ੋ ਕਰ ਦਿੰਦੇ ਹਾਂ। ਆਪਾਂ ਉਹਦੇ 'ਚ ਪ੍ਰੋਡਕਟ ਵਾਈਜ਼ ਚੀਜ਼ਾਂ ਨਹੀਂ ਵੇਖਦੇ। ਹੁਣ ਜਿਵੇਂ ਸਪੋਜ਼ ਕਰੋ ਤੁਸੀਂ 10 ਪ੍ਰੋਡਕਟ ਦੀ ਗੱਲ ਕਰ ਰਹੇ ਹੋ, 10 ਪ੍ਰੋਡਕਟ ਦੇ ਵਿੱਚ ਤੁਹਾਡੀ ਇਨਕਮ ਵੱਧ ਗਈ ਅਤੇ 10 ਤੁਹਾਡੀ ਘੱਟ ਗਈ, ਅਤੇ ਹੁਣ ਆਪਾਂ ਉਹ ਪਰਟੀਕੂਲਰ ਇੱਕ ਪ੍ਰੋਡਕਟ ਦਾ ਨਹੀਂ ਵੇਖਦੇ ਵੀ ਹਾਂ ਕਿਹੜੇ ਪ੍ਰੋਡਕਟ 'ਚ ਕਮੀ ਹੈ। ਆਪਾਂ ਉਹ ਐਗਰੀਗੇਟ ਹੀ ਦੇਖ ਲੈਂਦੇ ਹਾਂ ਵੀ ਹਾਂ ਇਹ ਵਾਲੀ ਜਿਹੜੀ ਪ੍ਰੋਡਕਟ ਲਾਈਨ ਹੈ ਇਹ ਮੇਰੇ ਲਈ ਲੋਸਿਸ ਆ ਰਹੇ ਹੈ, ਅਤੇ ਜੇ ਇਹ ਵਾਲੀ ਪ੍ਰੋਡਕਟ ਲਾਈਨ ਆ ਉਹਦੇ ਨਾਲ ਮੈਨੂੰ ਪ੍ਰੋਫਿਟ ਹੋ ਰਿਹਾ, ਤਾਂ ਉਹਦੇ ਨਾਲ ਜਿਹੜੀ ਆਪਣੀ ਪ੍ਰੋਪਰ ਐਨਾਲਾਈਸਿਸ ਮਤਲਬ ਇੱਕ ਚੀਜ਼ ਦੀ ਪ੍ਰੋਪਰ ਵੈਰੀਫਿਕੇਸ਼ਨ ਤੁਹਾਨੂੰ ਨਹੀਂ ਮਿਲਦੀ ਵੀ ਕਿਹੜੀ ਚੀਜ਼ ਤੁਹਾਨੂੰ ਲੋਸ ਹੋ ਰਿਹਾ ਅਤੇ ਕਿਹੜੀ ਚੀਜ਼ ਤੁਹਾਨੂੰ ਪ੍ਰੋਫਿਟ ਹੋ ਰਿਹਾ ਅਤੇ ਕਿਉਂ ਹੋ ਰਿਹਾ। ਲਾਸਟ ਹੈ ਪ੍ਰੈਜੈਂਟ ਵੈਲਿਊ ਆਫ ਬਿਜ਼ਨਸ। ਇਹਦਾ ਮਤਲਬ ਹੈ ਵੀ ਜਿਵੇਂ ਸਪੋਜ਼ ਕਰੋ ਵਿਦ ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਹਾਂ, ਜਿਵੇਂ ਤੁਸੀਂ ਕੋਈ ਲੈਂਡ ਪਰਚੇਜ਼ ਕੀਤੀ ਸੀਗੀ 2010 ਦੇ ਵਿੱਚ, ਠੀਕ ਹੈ, ਉਹਦੀ ਵੈਲਿਊ ਹੈਗੀ ਸੀ ਉਸ ਟਾਈਮ 'ਤੇ 2 ਲੱਖ, ਠੀਕ ਹੈ। ਹੁਣ ਜੇ ਤੁਸੀਂ ਬਿਜ਼ਨਸ ਦੀਆਂ ਟ੍ਰਾਂਜੈਕਸ਼ਨ ਕਰਦੇ ਹੋ, ਜਿਵੇਂ ਬੈਲੈਂਸ ਸ਼ੀਟ ਵਗੈਰਾ ਬਣਾਓਗੇ, ਤਾਂ ਤੁਸੀਂ 2 ਲੱਖ ਹੀ ਰਿਕਾਰਡ ਕਰੀ ਜਾ ਰਹੇ ਹੋ। ਅੱਜ ਦੇ ਟਾਈਮ 'ਤੇ ਆਪਾਂ ਦੇਖੀਏ ਹੁਣ 2020 ਚੱਲ ਰਿਹਾ, ਤਾਂ ਹੋ ਸਕਦਾ ਉਸ ਲੈਂਡ ਦੀ ਵੈਲਿਊ ਬਿਲਕੁਲ ਘੱਟ ਗਈ ਹੋਵੇ, ਹੋ ਸਕਦਾ ਉਸ ਲੈਂਡ ਦੀ ਵੈਲਿਊ ਬਹੁਤ ਜ਼ਿਆਦਾ ਵੱਧ ਗਈ ਹੋਵੇ, ਤਾਂ ਪਰ ਤੁਹਾਨੂੰ ਪ੍ਰੈਜੈਂਟ ਵੈਲਿਊ ਨਹੀਂ ਪਤਾ ਲੱਗਣੀ, ਕਿਉਂਕਿ ਜਦੋਂ ਤੁਸੀਂ ਪਰਚੇਜ਼ ਪ੍ਰਾਈਸ ਹੈ, ਮਤਲਬ ਜਦੋਂ ਤੁਸੀਂ ਚੀਜ਼ ਖਰੀਦੀ ਹੈ, ਤੁਸੀਂ ਉਹਦੇ ਅਕੋਰਡਿੰਗ ਹੀ ਉਹਦੀ ਟ੍ਰਾਂਜੈਕਸ਼ਨ ਡੇ ਬਾਏ ਡੇ ਔਰ ਈਅਰ ਬਾਏ ਈਅਰ ਕਰੀ ਜਾ ਰਹੇ ਹੋ। ਤੁਸੀਂ ਉਹਦੀ ਐਕਚੁਅਲ ਵੈਲਿਊ ਨਹੀਂ ਲੱਭਣ ਦੀ ਕੋਸ਼ਿਸ਼ ਕਰਦੇ ਵੀ ਪ੍ਰੈਜੈਂਟ ਉਹਦੀ ਵੈਲਿਊ ਕੀ ਹੈ, ਹੁਣ ਦੇ ਟਾਈਮ 'ਤੇ ਉਹਦੀ ਵੈਲਿਊ ਕੀ ਹੈ, ਉਹ ਆਪਾਂ ਰਿਕਾਰਡ ਨਹੀਂ ਕਰਦੇ। ਤਾਂ ਇਹ ਤੁਹਾਡੀਆਂ ਸੀਗੀਆਂ ਡਿਸਐਡਵਾਂਟੇਜ ਟੌਪਿਕ ਹੋ ਗਏ, ਜਿਵੇਂ ਤੁਹਾਡੇ ਹੋ ਗਏ ਪਹਿਲਾਂ ਅਕਾਊਂਟਿੰਗ ਆਬਜੈਕਟਿਵ ਆਪਾਂ ਕਰ ਲਈ, ਠੀਕ ਹੈ, ਐਡਵਾਂਟੇਜ ਕਰ ਲਈਆਂ ਔਰ ਡਿਸਐਡਵਾਂਟੇਜ ਕਰ ਲਿਆ। ਨੈਕਸਟ ਟੌਪਿਕ ਹੈ ਤੁਹਾਡਾ ਅਕਾਊਂਟਿੰਗ ਇਨਫੋਰਮੇਸ਼ਨ। ਅਕਾਊਂਟਿੰਗ ਇਨਫੋਰਮੇਸ਼ਨ ਹੁੰਦੀ ਹੈ ਜੋ ਵੀ ਤੁਹਾਡੀ ਅਕਾਊਂਟਸ ਦੀ ਇਨਫੋਰਮੇਸ਼ਨ ਹੈ, ਲਾਈਕ ਪ੍ਰੋਫਿਟ ਲੋਸ ਹੋ ਗਿਆ, ਬੈਲੈਂਸ ਸ਼ੀਟ ਵਗੈਰਾ ਹੋ ਗਏ। ਇਹਦੇ 'ਚ ਅੱਗੇ ਬਹੁਤ ਸਾਰੀਆਂ ਬ੍ਰਾਂਚਿਸ ਆ ਜਾਂਦੀਆਂ, ਜਿਵੇਂ ਆਪਾਂ ਅਕਾਊਂਟ ਦੀ ਗੱਲ ਕਰੀਏ ਵੀ ਅਕਾਊਂਟਿੰਗ ਫਾਈਨੈਂਸ਼ੀਅਲ ਅਕਾਊਂਟਿੰਗ ਹੋ ਗਈ ਜਿਹੜੀ ਸਿਰਫ ਫਾਈਨਾਂਸ ਨਾਲ ਰਿਲੇਟਡ ਹੋਊਗੀ, ਕਾਸਟ ਅਕਾਊਂਟਿੰਗ ਹੋ ਗਈ ਜਿਹੜੀ ਸਿਰਫ ਖਰਚਿਆਂ ਨਾਲ ਰਿਲੇਟਡ ਹੋਊਗੀ। ਤਾਂ ਉਹ ਡਿਫਰੈਂਟ ਵਿਊ ਪੁਆਇੰਟਸ ਹੈ ਜਿਹਦੇ ਬੇਸਿਸ 'ਤੇ ਅਕਾਊਂਟਿੰਗ ਦੀ ਇਨਫੋਰਮੇਸ਼ਨ ਬਣਦੀ ਹੈ, ਠੀਕ ਹੈ। ਪਰ ਅਕੋਰਡਿੰਗ ਟੂ ਯੂਰ ਕੰਸੈਪਟ ਇਹਦੇ ਵਿੱਚ ਆਪਾਂ ਦੇਖੀਏ ਤਾਂ ਅਕਾਊਂਟਿੰਗ ਇਨਫੋਰਮੇਸ਼ਨ ਹੈ ਬੇਸਿਕਲੀ ਤੁਹਾਨੂੰ ਪ੍ਰੋਫਿਟ ਲੋਸ ਤੋਂ ਇਨਫੋਰਮੇਸ਼ਨ ਮਿਲਦੀ ਹੈ ਅਤੇ ਬੈਲੈਂਸ ਸ਼ੀਟ ਤੋਂ ਮਿਲਦੀ ਹੈ ਅਕੋਰਡਿੰਗ ਟੂ ਯੂਰ ਸਿਲੇਬਸ। ਪ੍ਰੋਫਿਟ ਲੋਸ 'ਚ ਆਪਾਂ ਨੂੰ ਬੈਲੈਂਸ ਕੀ ਇਨਫੋਰਮੇਸ਼ਨ ਮਿਲਦੀ ਹੈ, ਮੈਨੂੰ ਕੀ ਮਿਲਦਾ, ਕਿਉਂਕਿ ਮੈਨੂੰ ਪਤਾ ਲੱਗਦਾ ਹੈ ਵੀ ਮੇਰਾ ਪ੍ਰੋਫਿਟ ਕਿੰਨਾ ਔਰ ਮੇਰਾ ਲੋਸ ਕਿੰਨਾ ਹੈ, ਠੀਕ ਹੈ। ਔਰ ਜਿਹੜੀ ਬੈਲੈਂਸ ਸ਼ੀਟ ਹੈ ਉਹ 'ਚ ਮੈਨੂੰ ਪਤਾ ਲੱਗਦੀ ਵੀ ਮੇਰੇ ਬਿਜ਼ਨਸ ਦੀ ਪੋਜੀਸ਼ਨ ਕੀ ਹੈ, ਮਤਲਬ ਮੇਰੀਆਂ ਐਸੈਟਸ ਕਿੰਨੀਆਂ ਔਰ ਮੇਰੀਆਂ ਲਾਇਬਿਲਟੀਜ਼ ਕਿੰਨੀਆਂ। ਜੋ ਤੁਹਾਡਾ ਪ੍ਰੋਫਿਟ ਔਰ ਲੋਸ ਹੈ, ਐਸੈਟਸ ਔਰ ਲਾਇਬਿਲਟੀ ਹੈ, ਉਹਨਾਂ ਨੂੰ ਕੰਪੇਅਰ ਨਹੀਂ ਕਰਨਾ ਆਪਸ 'ਚ, ਉਹ ਅਲੱਗ-ਅਲੱਗ ਚੀਜ਼ਾਂ ਹੈ। ਐਸੈਟਸ ਪ੍ਰੋਪਰਟੀ ਹੈ, ਲਾਇਬਿਲਟੀ ਜ਼ਿੰਮੇਵਾਰੀ ਹੈ, ਪ੍ਰੋਫਿਟ ਤੁਹਾਡੀ ਇਨਕਮ ਹੈ, ਲੋਸ ਤੁਹਾਡਾ ਨੁਕਸਾਨ ਜੋ ਹੋ ਰਿਹਾ, ਠੀਕ ਹੈ। ਪ੍ਰੋਫਿਟ ਲੋਸ ਨੂੰ ਆਪਾਂ ਇਨਕਮ ਸਟੇਟਮੈਂਟ ਵੀ ਕਹਿੰਦੇ ਹਾਂ, ਕਿਉਂਕਿ ਇਹ 'ਚ ਤੁਹਾਨੂੰ ਆਪਦੀ ਇਨਕਮ ਬਾਰੇ ਪਤਾ ਲੱਗਦਾ, ਇਨਕਮ ਔਰ ਲੋਸ ਸਟੇਟਮੈਂਟ, ਜਿਵੇਂ ਇਨਕਮਸ ਦਾ ਪਤਾ ਲੱਗਦਾ ਔਰ ਲੋਸਿਸ ਦਾ ਪਤਾ ਲੱਗਦਾ। ਬੈਲੈਂਸ ਸ਼ੀਟ 'ਚ ਤੁਹਾਨੂੰ ਪੋਜੀਸ਼ਨ ਪਤਾ ਲੱਗਦੀ ਹੈ ਵੀ ਤੁਸੀਂ ਕਿੱਥੇ ਐਕਸਟੈਂਡ ਕਰਦੇ ਹੋ, ਕਿੰਨਾ ਤੁਹਾਡਾ ਲੈਵਲ ਹੈ, ਕਿੱਥੇ ਜੇ ਹੈਗੇ ਹੋ ਤੁਸੀਂ ਬਿਜ਼ਨਸ ਦੇ ਵਿੱਚ, ਠੀਕ ਹੈ। ਹੁਣ ਜਿਹੜੀ ਅਕਾਊਂਟਿੰਗ ਇਨਫੋਰਮੇਸ਼ਨ ਹੈ ਜੋ ਵੀ ਤੁਹਾਡਾ ਪ੍ਰੋਫਿਟ ਲੋਸ ਬੈਲੈਂਸ ਸ਼ੀਟ ਹੈ, ਉਹਨੂੰ ਯੂਜ਼ ਕਰਨ ਵਾਲੇ ਬਹੁਤ ਸਾਰੇ ਲੋਕ ਹੈ ਯੂਜ਼ਰਸ ਆਫ ਅਕਾਊਂਟਿੰਗ ਇਨਫੋਰਮੇਸ਼ਨ। ਜਿਹੜੇ ਪਰਸਨ ਇਸ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਆ, ਮਤਲਬ ਆਪਦੇ ਬੈਨੀਫਿਟ ਲਈ ਜਾਂ ਆਪਦੇ ਕੰਮ ਲਈ, ਹਰੇਕ ਬੰਦਾ ਇਨਫੋਰਮੇਸ਼ਨ ਨੂੰ ਯੂਜ਼ ਕਰਦਾ। ਤਾਂ ਉਹ ਕਿਹੜੇ ਨੇ, 2 ਤਰ੍ਹਾਂ ਦੇ ਅਕਾਊਂਟਿੰਗ ਯੂਜ਼ਰ ਹੈ, ਇੰਟਰਨਲ ਯੂਜ਼ਰ, ਐਕਸਟਰਨਲ ਯੂਜ਼ਰ। ਇੰਟਰਨਲ ਯੂਜ਼ਰ ਉਹ ਵਾਲੇ ਜਿਹੜੇ ਤੁਹਾਡੇ ਬਿਜ਼ਨਸ ਦੇ ਵਿੱਚ ਹੈ, ਮਤਲਬ ਜੋ ਤੁਹਾਡੇ ਬਿਜ਼ਨਸ ਦੇ ਵਿਦਿਨ ਹੈ, ਜਿਹੜੇ ਲੋਕ ਇੱਕ ਬਿਜ਼ਨਸ ਦੇ ਵਿੱਚ ਹੀ ਕੰਮ ਕਰ ਰਹੇ ਆ, ਉਹ ਸਾਰੇ ਤੁਹਾਡੇ ਇੰਟਰਨਲ ਯੂਜ਼ਰਸ ਹੈ। ਐਕਸਟਰਨਲ ਯੂਜ਼ਰ ਜਿਹੜੇ ਤੁਹਾਡੇ ਬਿਜ਼ਨਸ ਤੋਂ ਬਾਹਰ ਦੇ ਲੋਕ ਹੈ, ਮਤਲਬ ਜਿਹੜੇ ਤੁਹਾਡੇ ਬਿਜ਼ਨਸ ਨਾਲ ਰਿਲੇਟਡ ਓਬਵੀਅਸਲੀ ਰਿਲੇਟਡ ਹੈਗੇ ਆ, ਬਟ ਉਹ ਤੁਹਾਡੇ ਬਿਜ਼ਨਸ ਦੇ ਨਹੀਂ ਹੈਗੇ, ਬਾਹਰ ਦੇ ਲੋਕ ਆ। ਮਤਲਬ ਕਿ ਜਿਹੜਾ ਬਿਜ਼ਨਸ ਓਬਵੀਅਸ ਉਹ ਬਾਹਰ ਵਾਲੇ ਲੋਕਾਂ ਦੀਆਂ ਟ੍ਰਾਂਜੈਕਸ਼ਨਸ ਵੀ ਹੁੰਦੀਆਂ, ਤਾਂ ਉਹ ਐਕਸਟਰਨਲ ਯੂਜ਼ਰ ਹੈ, ਠੀਕ ਹੈ। ਇੰਟਰਨਲ ਯੂਜ਼ਰਸ ਆਪਾਂ ਦੇਖਦੇ ਹਾਂ ਜਿਵੇਂ ਟੌਪ ਲੈਵਲ, ਮਿਡਲ ਲੈਵਲ ਅਤੇ ਲੋਅਰ ਲੈਵਲ। ਜਿਵੇਂ ਹੁਣ ਇੱਕ ਬਿਜ਼ਨਸ ਹੈ ਉਹਦੇ 'ਚ ਟੌਪ ਅਥੋਰਿਟੀਜ਼ ਹੈ, ਜਿਵੇਂ ਜੋ ਹਾਇਰ ਲੈਵਲ 'ਤੇ ਜਿਵੇਂ MD ਹੋ ਗਏ ਜਾਂ CEO ਹੋ ਗਏ, ਮਤਲਬ ਜਿਹੜੇ ਚੀਫ ਐਗਜ਼ੈਕਟਿਵ ਆਫਿਸਰ ਹੈ, ਮਤਲਬ ਜਿਹੜੀਆਂ ਹਾਇਰ ਅਥੋਰਿਟੀ ਹੈ ਜਿਨ੍ਹਾਂ ਦਾ ਮੇਨ ਕੰਮ ਹੁੰਦਾ ਪਲਾਨ ਬਣਾਉਣਾ, ਪੋਲਿਸੀਜ਼ ਬਣਾਉਣਾ, ਅਤੇ ਉਹ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਯੂਜ਼ ਕਰਨ ਲਈ ਕਰਦੇ ਆ ਪਲਾਨਸ ਲਈ ਔਰ ਪੋਲਿਸੀਜ਼ ਲਈ, ਠੀਕ ਹੈ। ਨੈਕਸਟ ਆ ਗਏ ਮਿਡਲ ਲੈਵਲ 'ਚ ਆ ਗਏ ਸਾਰੇ ਮੈਨੇਜਰ ਜਿਹੜੇ ਵੀ ਹੁਣ ਤੁਹਾਡੇ ਡਿਪਾਰਟਮੈਂਟ ਹੈ, ਜਿਵੇਂ ਪ੍ਰੋਡਕਸ਼ਨ ਵਾਲਾ ਡਿਪਾਰਟਮੈਂਟ ਹੈ ਜਿੱਥੇ ਚੀਜ਼ਾਂ ਬਣਦੀਆਂ ਅਤੇ ਉਹਨਾਂ ਦਾ ਮੈਨੇਜਰ ਹੋਊਗਾ, ਸੇਲ ਵਾਲਾ ਡਿਪਾਰਟਮੈਂਟ ਉਹਦਾ ਮੈਨੇਜਰ ਹੋਊਗਾ, ਪਰਚੇਜ਼ ਵਾਲਾ ਡਿਪਾਰਟਮੈਂਟ ਉਹਦਾ ਮੈਨੇਜਰ ਹੋਊਗਾ। ਅਤੇ ਉਹਨਾਂ ਨੂੰ ਕੀ ਇਨਫੋਰਮੇਸ਼ਨ ਚਾਹੀਦੀ ਹੈ, ਉਹਨਾਂ ਨੂੰ ਵੀ ਇਨਫੋਰਮੇਸ਼ਨ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਵੀ ਆਪਣੇ ਪਲਾਨਸ ਬਣਾਉਣੇ ਹੁੰਦੇ ਹੈ, ਪ੍ਰੋਡਕਟ ਇਕੱਠੇ ਕਰਨੇ ਹੁੰਦੇ ਹੈ, ਰॉ ਮਟੀਰੀਅਲ ਇਕੱਠਾ ਕਰਨਾ ਹੁੰਦਾ, ਇਹ ਸਾਰੀਆਂ ਚੀਜ਼ਾਂ ਲਈ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ। ਇਨਫੋਰਮੇਸ਼ਨ ਨੈਕਸਟ ਹੈਗਾ ਲੋਅਰ ਲੈਵਲ ਹੁੰਦਾ ਜਿਨ੍ਹਾਂ ਨੇ ਸਾਰਾ ਕੰਮ ਕਰਨਾ ਹੁੰਦਾ, ਜਿਵੇਂ ਕਿ ਇੰਪਲੋਈਜ਼ ਹੈ, ਵਰਕਰਸ ਹੈ,
ठीक है, ਜਾਂ ਜਿਵੇਂ ਆਪਾਂ ਕਹਿ ਸਕਦੇ ਪਿਓਨਸ ਵਗੈਰਾ ਆ ਗਿਆ ਉਹ 'ਚ, ਜਾਂ ਜਿਹੜੇ ਲੋਕ ਸੁਪਰਵਾਈਜ਼ ਕਰਦੇ ਆ, ਤਾਂ ਉਹ ਸਾਰੇ ਤੁਹਾਡੇ ਲੋਅਰ ਲੈਵਲ 'ਚ ਆ ਗਏ। ਉਹਨਾਂ ਨੂੰ ਇਨਫੋਰਮੇਸ਼ਨ ਕਿਉਂ ਚਾਹੀਦੀ ਹੈ? ਕਿਉਂਕਿ ਉਹਨਾਂ ਨੇ ਸਾਰਾ ਆਪਦਾ ਕੰਮ ਕਰਨਾ ਹੁੰਦਾ ਹੈ। ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਊਗੀ ਵੀ ਹਾਂ ਸਾਡੇ ਬਿਜ਼ਨਸ 'ਚ ਆਹ ਵਾਲਾ ਏਮ ਹੈ, ਆਹ ਵਾਲਾ ਆਬਜੈਕਟਿਵ ਹੈ, ਅਤੇ ਸਾਨੂੰ ਇਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ, ਜਾਂ ਸਾਨੂੰ ਮਤਲਬ ਜੋ ਵੀ ਇਨਫੋਰਮੇਸ਼ਨ ਹੈ, ਜਿਵੇਂ ਸਪੋਜ਼ ਕਰੋ ਪ੍ਰੋਫਿਟ ਲੋਸ ਤੋਂ ਪਤਾ ਲੱਗਦਾ ਵੀ ਜੇ ਪ੍ਰੋਫਿਟ ਤੁਹਾਡਾ ਜ਼ਿਆਦਾ ਹੈ ਤਾਂ ਤੁਸੀਂ ਕਿੰਨੇ ਪੈਸੇ ਯੂਜ਼ ਕਰ ਸਕਦੇ ਹੋ, ਕਿੰਨਾ ਕੰਮ ਕਰ ਸਕਦੇ ਹੋ, ਕਿੰਨੀ ਪ੍ਰੋਡਕਸ਼ਨ ਕਰ ਸਕਦੇ ਹੋ, ਅਤੇ ਜੇ ਤੁਹਾਨੂੰ ਲੱਗਦਾ ਲੋਸ ਹੈ ਤਾਂ ਲੋਸ ਹੈ, ਫਿਰ ਤੁਹਾਨੂੰ ਕੰਮ ਜ਼ਿਆਦਾ ਕਰਨਾ ਪਊਗਾ ਕਿਉਂਕਿ ਨੈਕਸਟ ਈਅਰ ਤੁਹਾਨੂੰ ਪ੍ਰੋਫਿਟ ਚਾਹੀਦੇ ਆ। ਤਾਂ ਉਹ ਸਾਰਾ ਕੀ ਆ ਗਿਆ? ਲੋਅਰ ਲੈਵਲ ਦਾ ਕੰਮ। ਤਾਂ ਇਹ ਬਿਜ਼ਨਸ ਦੇ ਵਿਦਿਨ ਵਾਲੇ ਜਿਹੜੇ ਲੋਕ ਆ ਉਹਨਾਂ ਲਈ ਆ। ठीक है, नेक्स्ट आ गया एक्सटर्नल यूज़र। एक्सटर्नल यूज़र फर्दर टू टाइप्स दे, डायरैक्टली कंसर्न और इनडायरैक्टली। डायरैक्टली मतलब वो वाले लोग ਜਿਹੜੇ डायरैक्ट रिलेटेड है बिजनेस नाल, ते इनडायरैक्टली कंसर्न ਜਿਹੜੇ इनडायरैक्टली रिलेट करते हैं। ठीक है, डायरैक्टली यूजर्स ਤੁਹਾਡੇ आ गए कंज्यूम क्रेडिटर, इन्वेस्टर, एम्प्लॉयज़, टैक्स अथॉरिटीज़, कंज्यूमर्स और फॉरेन एंटरप्रेन्योर्स। और इनडायरैक्टली आ गए रेगुलेटरी एजेंसी, पब्लिक, रिसर्चर्स और मीडिया। लैट्स डिस्कस वन बाय वन। सब तो फस्ट ਤੁਹਾਡੇ क्रेडिटर। क्रेडिटर ਜਿਵੇਂ ਆਪਾਂ ਜਦੋਂ ਡੈਫੀਨੇਸ਼ਨਸ ਕੀਤੀਆਂ ਸੀ ਉਹ ਤੁਹਾਨੂੰ ਦੱਸਿਆ ਸੀ ਵੀ ਨੈਕਸਟ ਕ੍ਰੈਡੀਟਰ ਉਹ ਵਾਲਾ ਪਰਸਨ ਜਿਨ੍ਹਾਂ ਨੂੰ ਤੁਸੀਂ ਪੈਸੇ ਦੇਣੇ ਆ, ਮਤਲਬ ਤੁਹਾਡੀਆਂ ਲਾਇਬਿਲਿਟੀਜ਼। ਹੁਣ ਮੈਂ ਪੈਸੇ ਦੇਣੇ ਤਾਂ ਹੋਣਗੇ ਕਿਉਂਕਿ ਮੈਂ ਪਹਿਲਾਂ ਚੀਜ਼ ਪਰਚੇਸ ਕੀਤੀ ਹੋਊਗੀ। ਤਾਂ ਕ੍ਰੈਡੀਟਰ ਆਪਣੀ ਅਕਾਊਂਟਿੰਗ ਇਨਫੋਰਮੇਸ਼ਨ 'ਚ ਤਾਂ ਇੰਟਰਸਟਡ ਹੋਣਗੇ ਕਿਉਂਕਿ ਕੋਈ ਵੀ ਬੰਦਾ ਤੁਹਾਨੂੰ ਵੈਸੇ ਆਧਾਰ 'ਤੇ ਚੀਜ਼ ਨਹੀਂ ਦੇਊਗਾ। ਪਹਿਲਾਂ ਉਹ ਦੇਖੂਗਾ ਵੀ ਤੁਹਾਡੇ ਅਕਾਊਂਟਿੰਗ ਰਿਕਾਰਡਸ ਕੀ ਆ, ਮਤਲਬ ਤੁਹਾਡੀ ਬਿਜ਼ਨਸ ਦੀ ਪੋਜੀਸ਼ਨ ਕੀ ਆ। ਜਿਵੇਂ ਮੈਂ ਕੋਈ ਸਪੋਜ਼ ਕਰੋ 50,000 ਦੀ ਚੀਜ਼ ਜੇ ਮੈਂ ਉਧਾਰ ਖਰੀਦਦੀ ਹਾਂ ਤਾਂ ਉਹ ਪਰਸਨ ਮੈਨੂੰ ਵੈਸੇ ਤਾਂ 50,000 ਦੀ ਚੀਜ਼ ਨਹੀਂ ਉਧਾਰ ਦੇਊਗਾ। ਪਹਿਲਾਂ ਉਹ ਦੇਖੂਗਾ ਵੀ ਹਾਂ ਇਹ ਬੰਦਾ ਮੇਰੇ ਪੈਸੇ ਮੋੜੂਗਾ ਜਾਂ ਨਹੀਂ, ਅਕਾਊਂਟਿੰਗ ਇਨਫੋਰਮੇਸ਼ਨ ਨੂੰ ਐਨਾਲਾਈਸਿਸ ਕਰੂਗਾ, ਮੇਰੇ ਪ੍ਰੋਫਿਟ ਲੋਸਿਸ ਨੂੰ ਦੇਖੂਗਾ, ਫਿਰ ਉਹ ਤੁਹਾਨੂੰ ਚੀਜ਼ ਉਧਾਰ 'ਤੇ ਦੇਊਗਾ, ਫਿਰ ਉਹ ਤੁਹਾਡਾ ਕ੍ਰੈਡੀਟਰ ਬਣੂਗਾ। ਤਾਂ ਕਰਕੇ ਕ੍ਰੈਡਿਟ ਰਿਲੇਟਡ ਹੈ। ਨੈਕਸਟ ਆ ਗਿਆ ਇਨਵੈਸਟਰ। ਇਨਵੈਸਟਰ ਉਹ ਬੰਦੇ ਜਿਹੜੇ ਤੁਹਾਡੇ ਬਿਜ਼ਨਸ 'ਚ ਪੈਸਾ ਲਾਉਂਦੇ ਆ, ਜਿਹੜੇ ਇਨਵੈਸਟ ਕਰਦੇ ਆ ਮਨੀ ਤੁਹਾਡੇ ਬਿਜ਼ਨਸ ਇਨਵੈਸਟ ਕਰਦੇ ਆ। ਜਿਵੇਂ ਵੱਡੇ ਬਿਜ਼ਨਸ ਹੁੰਦੇ ਆ ਉਹਨਾਂ 'ਚ ਤਾਂ ਆਲਮੋਸਟ ਜਿਹੜੇ ਸ਼ੇਅਰਸ ਵਗੈਰਾ ਲੋਕ ਖਰੀਦਦੇ ਆ ਤਾਂ ਉਹ ਆਪਦਾ ਪੈਸਾ ਉਹ 'ਚ ਇਨਵੈਸਟ ਕਰਦੇ ਆ। ਤਾਂ ਪੈਸਾ ਇਨਵੈਸਟ ਆਪਾਂ ਸੋਚ ਸਮਝ ਕੇ ਕਰਾਂਗੇ। ਪਹਿਲਾਂ ਆਪਾਂ ਬਿਜ਼ਨਸ ਦੀ ਕੰਡੀਸ਼ਨ ਦੇਖਾਂਗੇ। ਜੇ ਤੁਹਾਨੂੰ ਲੱਗੂਗਾ ਵੀ ਬਿਜ਼ਨਸ ਹਾਂ ਪ੍ਰੋਫਿਟ ਵਾਲਾ ਹੈ, ਵੀ ਵਧੀਆ ਬਿਜ਼ਨਸ ਹੈ, ਫਿਰ ਤਾਂ ਤੁਸੀਂ ਉਹ ਪੈਸਾ ਇਨਵੈਸਟ ਕਰੋਗੇ, ਅਦਰਵਾਈਜ਼ ਤੁਸੀਂ ਇਨਵੈਸਟ ਨਹੀਂ ਕਰੋਗੇ। ਤਾਂ ਕਰਕੇ ਜਿਹੜੇ ਇਨਵੈਸਟਰਸ ਆ ਉਹ ਵੀ ਪਹਿਲਾਂ ਇਨਫੋਰਮੇਸ਼ਨ ਨੂੰ ਦੇਖਣਗੇ। ਤਾਂ ਕਰਕੇ ਉਹ ਯੂਜ਼ਰਸ ਹੈ। ਯੂਜ਼ਰ ਆ ਮਤਲਬ ਇਨਫੋਰਮੇਸ਼ਨ ਨੂੰ ਯੂਜ਼ ਕਰਨਗੇ, ਪਹਿਲਾਂ ਐਨਾਲਾਈਜ਼ ਕਰਨਗੇ, ਦੇਖਣਗੇ, ਫਿਰ ਉਹ ਆਪਦਾ ਪੈਸਾ ਉਹ ਚਲਾਉਣਗੇ। ਠੀਕ ਹੈ, ਥਰਡ ਵਨ ਇੰਪਲੋਈਜ਼। ਓਬਵੀਅਸਲੀ ਇੰਪਲੋਈਜ਼ ਨੂੰ ਤਾਂ ਇੰਟਰਸਟਡ ਹੈ ਕਿਉਂਕਿ ਉਹਨਾਂ ਨੇ ਕੀ ਲੈਣੀਆਂ ਹੁੰਦੀਆਂ ਵੇਜਿਸ ਅਤੇ ਸੈਲਰੀਜ਼। ਜੇ ਤਾਂ ਉਹਨਾਂ ਨੂੰ ਲੱਗੂਗਾ ਵੀ ਹਾਂ ਬਿਜ਼ਨਸ ਦਾ ਪ੍ਰੋਫਿਟ ਘੱਟ ਹੈ, ਫਿਰ ਤਾਂ ਵੀ ਹੋ ਸਕਦਾ ਉਹ ਨਾ ਡਿਮਾਂਡ ਕਰਨ ਉਨੀ। ਜੇ ਉਹਨਾਂ ਨੂੰ ਲੱਗਦਾ ਵੀ ਬਿਜ਼ਨਸ ਪ੍ਰੋਫਿਟ ਬਹੁਤ ਕਮਾ ਰਿਹਾ ਤਾਂ ਓਬਵੀਅਸਲੀ ਉਹ ਡਿਮਾਂਡ ਕਰਨਗੇ ਵੀ ਸਾਨੂੰ ਵੀ ਵੱਧ ਵੇਜਿਸ ਔਰ ਸਾਨੂੰ ਵੱਧ ਸੈਲਰੀਜ਼ ਦਿੱਤੀਆਂ ਜਾਣ, ਕਿਉਂਕਿ ਉਹਨਾਂ ਨੂੰ ਕਈ ਵਾਰ ਬੋਨਸ ਵਗੈਰਾ ਦੀ ਵੀ ਡਿਮਾਂਡ ਕਰਦੇ ਆ। ਠੀਕ ਹੈ, ਫੋਰਥ ਆ ਗਿਆ ਟੈਕਸ ਅਥਾਰਟੀ। ਟੈਕਸ ਅਥਾਰਟੀ ਜਿਵੇਂ ਗਵਰਨਮੈਂਟ ਹੈ, ਜਿਨ੍ਹਾਂ ਨੂੰ ਤੁਸੀਂ ਟੈਕਸ ਪੇ ਕਰਨਾ ਹੁੰਦਾ, ਉਹ ਤਾਂ ਹੀ ਇੰਟਰਸਟ ਹੈ ਕਿਉਂਕਿ ਜਿਹੜਾ ਤੁਹਾਡਾ ਟੈਕਸ ਉਹ ਕਾਹਤੇ ਲੱਗਦਾ? ਇਨਕਮ ਦਾ। ਜੇ ਇਨਕਮ ਵੱਧ ਟੈਕਸ ਵੀ ਵੱਧ, ਅਤੇ ਜੇ ਇਨਕਮ ਘੱਟ ਤਾਂ ਟੈਕਸ ਵੀ ਘੱਟ। ਤਾਂ ਉਹਨਾਂ ਨੂੰ ਤਾਂ ਓਬਵੀਅਸਲੀ ਤੁਹਾਡੀ ਇਨਕਮ 'ਚ ਇੰਟਰਸਟ ਹੋਊਗਾ ਹੀ, ਮਤਲਬ ਤੁਹਾਡੇ ਪ੍ਰੋਫਿਟ ਲੋਸ 'ਚ। ਫਿਫਥ ਵਨ ਇਜ਼ ਕੰਜ਼ਿਊਮਰਸ। ਕੰਜ਼ਿਊਮਰਸ ਹੁੰਦੇ ਆ ਜਿਹੜੇ ਆਪਣੇ ਵਰਗੇ ਲੋਕ ਜਿਹੜੇ ਚੀਜ਼ਾਂ ਨੂੰ ਖਰੀਦਦੇ ਆ, ਚੀਜ਼ਾਂ ਨੂੰ ਯੂਜ਼ ਕਰਦੇ। ਹੁਣ ਆਪਾਂ ਕਿਸੇ ਵੀ ਬਿਜ਼ਨਸ ਹਾਊਸ ਦੀ ਅਕਾਊਂਟਿੰਗ ਇਨਫੋਰਮੇਸ਼ਨ 'ਚ ਤਾਂ ਇੰਟਰਸਟਡ ਹੋਵਾਂਗੇ ਕਿਉਂਕਿ ਆਪਾਂ ਉਹਦੇ ਪ੍ਰਾਈਸ ਦਾ ਜਾਇਜ਼ਾ ਲਾਉਣਾ ਹੁੰਦਾ। ਮਤਲਬ ਕਿ ਕੰਜ਼ਿਊਮਰ ਤਾਂ ਇੰਟਰਸਟਡ ਹੋਊਗਾ ਕਿਉਂਕਿ ਉਹਨੂੰ ਐਂ ਹੁੰਦਾ ਵੀ ਜੇ ਬਿਜ਼ਨਸ ਦੀ ਪੋਜੀਸ਼ਨ ਵਧੀਆ ਤਾਂ ਓਬਵੀਅਸਲੀ ਉਹਦੇ ਪ੍ਰਾਈਸ ਵਗੈਰਾ ਸਹੀ ਹੋਣਗੇ ਪ੍ਰੋਡਕਟਸ ਦੇ, ਤਾਂ ਉਹ ਪ੍ਰਾਈਸ ਨੂੰ ਦੇਖਣ ਲਈ। ਜੇ ਤਾਂ ਇਨਕਮ ਵੱਧਦਾ ਤਾਂ ਉਹ ਪ੍ਰਾਈਸ ਹੋ ਸਕਦਾ ਘੱਟ ਰੱਖ ਲੈਣ, ਹੈ ਨਾ। ਜੇ ਕਈ ਵਾਰ ਉਹਨਾਂ ਨੂੰ ਵੀ ਮਤਲਬ ਕਿ ਲੋਸ ਹੋਈ ਜਾਂਦੇ ਆ ਕਿਸੇ ਬਿਜ਼ਨਸ ਨੂੰ, ਜਿਵੇਂ ਆਪਾਂ ਕੋਈ ਪ੍ਰੋਡਕਟ ਖਰੀਦਦੇ ਹਾਂ, ਆਪਣੀ ਡੇਲੀ ਲਾਈਫ ਦਾ ਕੋਈ ਪ੍ਰੋਡਕਟ ਹੈ, ਜੇ ਉਹ ਵਾਲੀ ਕੰਪਨੀ ਨੂੰ ਮਤਲਬ ਲੋਸਿਸ ਹੋ ਰਿਹਾ ਤਾਂ ਉਹ ਚੀਜ਼ਾਂ ਦੇ ਪ੍ਰਾਈਸ ਵਧਾ ਦੂਗੀ। ਠੀਕ ਹੈ, ਅਤੇ ਤਾਂ ਕਰਕੇ ਜਿਹੜਾ ਪ੍ਰਾਈਸ ਦਾ ਇਨਕਰੀਮੈਂਟ ਡਿਕਰੀਮੈਂਟ ਹੈ, ਤਾਂ ਕਰਕੇ ਕੰਜ਼ਿਊਮਰ ਐਨਾਲਾਈਜ਼ ਕਰੂਗਾ ਵੀ ਪ੍ਰਾਈਸ ਦਾ ਇਨਕਰੀਜ਼ ਡਿਕਰੀਜ਼ ਕਿਉਂ ਹੋ ਰਿਹਾ। ਸਿਕਸਥ ਆ ਗਿਆ ਫੋਰਨ ਐਂਟਰਪ੍ਰੇਨਿਓਰ। ਐਂਟਰਪ੍ਰੇਨਿਓਰ ਹੁੰਦਾ ਓਨਰ ਜਾਂ ਇਨਵੈਸਟਰ ਕਹਿ ਸਕਦੇ ਹੋ ਤੁਸੀਂ। ਜਿਵੇਂ ਕਿ ਜਿਹੜੇ ਬੰਦੇ ਆਪਣੇ ਬਿਜ਼ਨਸ 'ਚ ਪੈਸਾ ਲਾਉਂਦੇ ਆ ਜਾਂ ਜਿਹੜੇ ਫੋਰਨ ਦੇ ਵਪਾਰੀ ਹੈ, ਜਿਵੇਂ ਫੋਰਨਰ ਵਪਾਰੀ ਹੁੰਦੇ ਆ, ਬਾਹਰਲੇ ਵਪਾਰੀ, ਤਾਂ ਉਹ ਆਪਣੇ ਬਿਜ਼ਨਸ ਤਾਂ ਐਂਟਰਪ੍ਰੇਨਿਓਰ ਆਪਣੇ ਐਂਟਰਪ੍ਰਾਈਜ਼ ਤਾਂ ਇੰਟਰਸਟਡ ਹੈ ਕਿਉਂਕਿ ਉਹਨਾਂ ਨੇ ਵੀ ਆਪਣੇ ਬਿਜ਼ਨਸ 'ਚ ਪੈਸਾ ਲਾਉਣਾ ਹੁੰਦਾ। ਉਹਨਾਂ ਨੂੰ ਤਾਂ ਇੰਟਰਸਟ ਹੁੰਦਾ ਵੀ ਉਹਨੇ ਦੇਖਣੀ ਹੁੰਦੀ ਹੈ ਵੀ ਜਿਹੜੀ ਮਾਰਕੀਟ ਕਿੱਥੇ ਵਧੀਆ ਚੱਲ ਰਹੀ ਹੈ, ਸਾਨੂੰ ਕਿੱਥੇ ਪੈਸਾ ਲਾਉਣਾ ਚਾਹੀਦਾ ਹੈ, ਕਿਹੜੀ ਜਗ੍ਹਾ 'ਤੇ ਜ਼ਿਆਦਾ ਪ੍ਰੋਫਿਟਸ ਹੋ ਰਿਹਾ। ਠੀਕ ਹੈ, ਨੈਕਸਟ ਇਹ ਹੋ ਗਏ ਡਾਇਰੈਕਟਲੀ, ਜਿਹੜੇ ਤੁਸੀਂ ਬਿਜ਼ਨਸ ਨੂੰ ਡਾਇਰੈਕਟ ਇੰਪੈਕਟ ਪਾਉਂਦੇ ਆ। ਇਨਡਾਇਰੈਕਟ ਇੰਪੈਕਟ ਪਾਉਂਦੀਆਂ ਸਭ ਤੋਂ ਪਹਿਲੀ ਰੈਗੂਲੇਟਰੀ ਏਜੰਸੀ, ਜਿਹੜੀਆਂ ਏਜੰਸੀਜ਼ ਰੂਲਸ ਰੈਗੂਲੇਸ਼ਨ ਬਣਾਉਂਦੀਆਂ, ਜਿਵੇਂ ਕਿ ਐਕਟ ਵਗੈਰਾ ਬਣਦੇ ਆ ਨਾ, ਜਿਵੇਂ ਕਿ ਕਾਨੂੰਨ ਬਣਦਾ ਕੋਈ ਵੀ। ਠੀਕ ਹੈ, ਜਿਵੇਂ ਕਿ ਬੈਂਕਿੰਗ ਐਕਟ ਬਣਿਆ, ਉਹ ਇੱਕ ਰੈਗੂਲੇਟਰੀ ਏਜੰਸੀ ਹੈ। ਜਿਹੜੇ ਬਿਜ਼ਨਸ ਹੈ ਉਹਨਾਂ ਦੇ ਅਲੱਗ-ਅਲੱਗ ਐਕਟ ਹੋਣਗੇ, ਆਪਾਂ ਅੱਗੇ ਪੜ੍ਹਾਂਗੇ। ਜਿਵੇਂ ਪਾਰਟਨਰਸ਼ਿਪ ਦਾ ਅਲੱਗ ਐਕਟ ਹੋਊਗਾ, ਸੋਲ ਪ੍ਰੋਪਰਾਈਟਰਸ਼ਿਪ ਦਾ ਅਲੱਗ-ਅਲੱਗ ਆ, ਤਾਂ ਉਵੇਂ ਜਿਹੜੀਆਂ ਏਜੰਸੀਜ਼ ਰੂਲਸ ਰੈਗੂਲੇਸ਼ਨ ਬਣਾਉਣਗੀਆਂ ਉਹ ਆ ਜਾਣਗੀਆਂ। ਸੈਕਿੰਡ ਆ ਗਈ ਪਬਲਿਕ ਜਿਵੇਂ ਜਨਰਲ ਪੀਪਲ, ਜਿਹੜੇ ਆਪਣੇ ਵਰਗੇ ਲੋਕ ਆ, ਉਹਨਾਂ ਨੂੰ ਇਨਫੋਰਮੇਸ਼ਨ 'ਚ ਤਾਂ ਇੰਟਰਸਟ ਹੈ। ਪਬਲਿਕ 'ਚ ਸਾਰਾ ਕੁਛ ਹੀ ਆ ਜਾਊਗਾ, ਜਿਵੇਂ ਕੋਈ ਟਰਾਂਸਪੋਰਟ ਵਗੈਰਾ। ਪਬਲਿਕ ਜਿਵੇਂ ਕਿ ਡੇਲੀ ਬੇਸਿਸ ਦੇ ਜਿਹੜੇ ਆਪਣੇ ਪ੍ਰੋਡਕਟ ਹੁੰਦੇ, ਜਿਵੇਂ ਗੈਸ ਹੋ ਗਈ, ਇਲੈਕਟ੍ਰੀਸਿਟੀ ਵਾਲੇ ਪ੍ਰੋਡਕਟ, ਇਲੈਕਟ੍ਰੀਸਿਟੀ ਹੋ ਗਈ,
ट्रांसपोर्ट कंपनीज़ हो गया, उन्होंने इन्फॉर्मेशन च आप इंटरस्टिड होवांगे क्योंकि वो चीज़ां काहदे लई बणीआं, अपने बेनीफिट लई बणीआं। तो उन्हों का जो भी प्रॉफिट लॉस का जायज़ा वो आपां देखांगे भी किवें आ रहा किवें नहीं आ रहा। जिवें गैस इलैक्ट्रिसिटी हो गया ना, वो भी वो पब्लिक के बेनीफिट लई है, उन्हों का मेन एम प्रॉफिट कमाना नहीं हुंदा, पब्लिक वैलफेयर हुंदा आ गया। थर्ड वन है रिसर्चर होण, जिवें जिहड़े लोग PhD करते हैं तो हो सपोज करो आपां किसी कंपनी के उपर किसी मतलब पर्टिकुलर कंपनी जिवें सपोज करो सैमसंग है ना, ਉਹਦੇ ਤੇ ਤੁਸੀਂ ਕੋਈ ਰਿਸਰਚ ਕਰ ਰਹੇ ਹੋ ਤਾਂ ਓਬਵੀਅਸਲੀ ਤੁਹਾਨੂੰ ਉਹਦੀਆਂ ਬੁੱਕਸ ਪੜ੍ਹਨੀਆਂ ਪੈਣਗੀਆਂ, ਉਹਨਾਂ ਦੀ ਪ੍ਰੋਪਰ ਡਿਟੇਲ ਦੇਖਣੀ ਪਊਗੀ, ਇਸ ਸਾਲ 'ਚ ਇੰਨਾ ਪ੍ਰੋਫਿਟ, ਇਸ ਸਾਲ 'ਚ ਇੰਨਾ ਲਾਸ ਹੋਇਆ। ਉਹ ਫੋਰਥ ਵਨ ਇਜ਼ ਮੀਡੀਆ। ਮੀਡੀਆ ਤਾਂ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਕਿਉਂਕਿ ਮੀਡੀਆ ਨੇ ਖਬਰਾਂ ਛਾਪਣੀਆਂ ਹੁੰਦੀਆਂ, ठीक है। मीडिया आ गया जिवें प्रिंट मीडिया आ गया, जिवें न्यूज़पेपर वगैरह वाले आ गए, इलैक्ट्रॉनिक मीडिया आ गए जिहड़े TV वगैरह जो न्यूज़ वगैरह भेजते हैं, तो वो भी इन्फॉर्मेशन तां इंटरस्टिड होंदे क्योंकि उन्होंने दिखाना होंदा है भी आ बिजनेस हुण इत्थे चल रहा, बिजनेस इत्थे चल रहा, तो वो इंटरस्टिड होगा। ये सारे यूजर्स है वो वाले लोग जो बिजनेस की इन्फॉर्मेशन यूज़ करते हैं। नैक्सट और लास्ट टॉपिक ऑफ दिस चैप्टर इज़ क्वालिटेटिव करैक्टरिस्टिक्स। जी तुहाडी बिजनेस की इन्फॉर्मेशन है वो की विशेषतावां करैक्टरिस्टिक्स होंदे, फीचर्स मतलब जो उहदियां विशेष पॉइंट्स है जिहड़े उह होने जरूरी आ, ठीक है। सब तो फस्ट है रिलायबल मीनस जिहड़ी तुहाडी इन्फॉर्मेशन है वो ते तुसी ट्रस्ट कर सको, मतलब ट्रस्टफुल होनी चाहिए है। एवें नहीं भी तुसी कुछ भी चीज़ आपदे मनो बना के लिखती, तो वो जो भी तुसी लिखोगे वो इन्फॉर्मेशन इहो जी होनी चाहिए जिते तुसी ट्रस्ट कर सको, जिहड़ी कोई फेक इन्फॉर्मेशन ना होवे और जिहड़ी रिलायबल होवे, मतलब कि जिहदे कोई भेदभाव ना कीता होवे, कंप्लीट होवे, ते जिन्हों तुसी प्रेजेंट करो तो अगे भी तुहानूं कोई नुकसान ना होवे, ठीक है। जिते अदर परसन क्योंकि देखो बहुत सारे लोग है उत्ते डिपेंडेंट होंदे आ, तां करके वो एक ट्रस्टफुल फेथफुल नेचर की होनी चाहिए है एंड नैचुरल होनी चाहिए है, ठीक है। नैक्सट आ गया रेलेवेंस मीनस तुसी सिर्फ मटीरीयल फैक्ट्स नूं ऐड करोगे। मटीरीयल फैक्ट मतलब जिन्हां दी कोई वैल्यू है, ठीक है, जिन्हां चीज़ों की कोई वैल्यू है जां जिहदे विच कुछ कंसैप्ट हैगा, तो एवें आलतू फालतू की इन्फॉर्मेशन नहीं रिकॉर्ड करांगे। जिवें सपोज करो तुसी किसी तो नॉर्मल आपदे पर्सनल कामां वास्ते कोई चीज़ खरीदी है तो वो तुसी विच रिकॉर्ड करी जाओगे, ओनली रेलेवेंस आई। तो जिहड़ी कोई मटीरीयल इन्फॉर्मेशन है प्रॉपर इन्फॉर्मेशन है तुसी ओह रिकॉर्ड कर सकते हो। थर्ड वन इज़ अंडरस्टैंडेबिलिटी, मतलब जो तुहाडी तुसी काउंटिंग इन्फॉर्मेशन लिखते हो जिथे भी तुसी प्रिपेयर करते हो वो अंडरस्टैंडेबल होनी चाहिए है भी बंदा उन्हें आसानी नाल समझ सके, कॉम्पलीकेटेड नहीं होनी चाहिए, कंपलैक्स नहीं होनी चाहिए। लास्ट वन इज़ कंपैरेबिलिटी, मतलब इहो जी होनी चाहिए है भी जिन्हें तुसी नंबर ऑफ ईयर्स तक कंपेयर कर सको, जिवें 2010 नूं 11 नाल कंपेयर कर लिया, 11 नूं 12 नाल करता, 12 नूं 13 नाल करता, मतलब सो ऑन तुसी उहनूं कंपेयर कर सको प्रॉपर वे च। उहदे जो भी नैट प्रॉफिट है, नैट लॉस है, इनकम एक्सपेंस, एसेट लाइबिलिटी वो प्रॉपर मैंशन होनी चाहिए ताकि कंपैरेबिलिटी ईजी हो सके। सो कि ये थोड़ा कंप्लीट हो गया चैप्टर, सॉरी टॉपिक कंप्लीट हो गया अकाउंटिंग्स का। तो नैक्सट आप थ्योरी बेस वाला करांगे। ओके, थैंक यू, हैव अ नाइस डे।